Greetings in the name of our Lord Jesus Christ। मैं हूं आपकी होस्ट जॉय चार्ल्स और मेरी गवाही के इस सेगमेंट में मैं आप सबको डेविड स्टूडियो में वेलकम कहती हूं। आज की गवाही में मैं आपके साथ एक जट सिख कपल की गवाही को शेयर करने जा रही हूं, जिन्होंने खुदावंद यीशु मसीह को कबूल करने के बाद बहुत सारी बरक़ात को हासिल किया। तो सुनते हैं उन्हीं की ज़ुबानी। ਹੈਲੋ ਸਾਰਿਆਂ ਨੂੰ, ਜੋਏ ਸਟਾਰ ਨੈਟਵਰਕ ਟੈਲੀਵਿਜ਼ਨ ਦੇਖਣ ਵਾਲਿਆਂ ਨੂੰ ਅਤੇ ਬ੍ਰਦਰ ਨਿਕਸਨ ਅਤੇ ਉਹਨਾਂ ਦੀ ਵਾਈਫ ਜੋਏ ਨੂੰ ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਹਰਪ੍ਰੀਤ ਆ ਅਤੇ ਮੇਰੀ ਵਾਈਫ ਗਗਨਪ੍ਰੀਤ। ਅਸੀਂ ਸਾਨੂੰ ਅੱਜ ਇਹਨਾਂ ਨੇ ਮੌਕਾ ਦਿੱਤਾ ਕਿ ਅਸੀਂ ਆਪਣੀ ਟੈਸਟਮਨੀ ਸ਼ੇਅਰ ਕਰ ਸਕੀਏ ਤੁਹਾਡੇ ਸਾਰਿਆਂ ਨਾਲ, ਕਿਉਂਕਿ ਬਾਈਬਲ ਵਿੱਚ ਲਿਖਿਆ ਟੈਸਟਮਨੀ ਸ਼ੇਅਰ ਕਰਨੀ ਬਹੁਤ ਜ਼ਰੂਰੀ ਨੇ, ਕਿਉਂਕਿ ਬਾਈਬਲ ਦੇ ਵਿੱਚ ਇਹ ਵੀ ਲਿਖਿਆ ਕਿ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਟੈਸਟਮਨੀ ਸ਼ੇਅਰ ਕੀਤੀ ਹੈ। ਇਹ ਬਾਈਬਲ ਸਿਰਫ ਧਾਰਮਿਕ ਕਿਤਾਬ ਨਹੀਂ ਜਿਵੇਂ ਦੂਜੀ ਚੀਜ਼ਾਂ ਨੇ, ਇਹ ਬਾਈਬਲ ਪਰਮੇਸ਼ਰ ਦੇ ਪੁੱਤਰ ਦੀ ਟੈਸਟਮਨੀ ਆ, ਗਵਾਹੀ ਆ ਉਹਦੀ ਵੀ ਉਹਨੇ ਕੀ ਕੀ ਕਰਨਾ ਸੀ, ਆਇਆ ਕੀਤਾ ਅਤੇ ਉਸ ਤੋਂ ਬਾਅਦ ਕੀ ਕੀ ਹੋਇਆ। ਸੋ ਮੈਂ ਅੱਜ ਤੁਹਾਨੂੰ ਆਪਦੀ ਲਾਈਫ ਦੀ ਸਟੋਰੀ ਦੱਸਣਾ ਚਾਹੂੰਗਾ, ਕਿਉਂਕਿ ਮੈਂ ਕ੍ਰਿਸਚਨ ਜਨਮ ਤੋਂ ਨਹੀਂ ਸੀਗਾ, ਪਰਮੇਸ਼ਰ ਦੇ ਵਿੱਚ ਅਸੀਂ ਜਨਮ ਤੋਂ ਨਹੀਂ ਸੀਗੇ, ਮਸੀਹ ਅਸੀਂ ਸ਼ੁਰੂ ਤੋਂ ਨਹੀਂ ਸੀਗੇ। ਮੈਂ ਇੱਕ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਆਇਆ ਅਤੇ ਮੇਰੀ ਵਾਈਫ ਵੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਆਈ ਆ। ਮੇਰਾ ਫੁੱਲ ਨੇਮ ਹੈਗਾ ਹਰਪ੍ਰੀਤ ਸਿੰਘ ਖੋਸਾ ਅਤੇ ਮੇਰੀ ਵਾਈਫ ਦਾ ਨਾਮ ਹੈਗਾ ਗਗਨਪ੍ਰੀਤ ਕੌਰ ਸੰਧੂ। ਅਸੀਂ ਪੰਜਾਬ ਦੇ ਇੰਡੀਆ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਆ ਫਰੀਦਕੋਟ, ਉਸ ਦੇ ਵਿੱਚ ਜੰਮੇ ਪਲੇ ਸਾਂ। ਉੱਥੇ ਹੀ ਅਸੀਂ ਵੱਡੇ ਹੋਏ, ਉੱਥੇ ਸਕੂਲਿੰਗ ਕੀਤੀ ਅਤੇ ਉੱਥੇ ਰਹਿੰਦੇ ਹੋਏ ਉਹੋ ਜਿਹੇ ਕਲਚਰ 'ਚ ਵੱਡੇ ਹੋਏ ਹਾਂ, ਉਹੋ ਜਿਹੇ ਧਰਮ 'ਚ ਵੱਡੇ ਹੋਏ ਹਾਂ, ਉਹੀ ਕੁਛ ਕੀਤਾ ਸੀਗਾ। ਸਾਰਾ ਕੁਛ ਉੱਥੇ ਰਹਿ ਕੇ ਜੋ ਮਾਂ ਬਾਪ ਨੇ ਸਿਖਾਇਆ ਸੀ ਉਹ ਕੁਛ ਕਰਦੇ ਰਹੇ ਸਾਂ। ਉਸ ਤਰ੍ਹਾਂ ਜੋ ਪਿਓ ਨੇ ਸਿਖਾਇਆ ਸੀ, ਦਾਦਿਆਂ ਨੇ ਸਿਖਾਇਆ ਸੀ, ਉਹਨਾਂ ਨੂੰ ਗਾਂ ਉੱਦਾਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਿਹਾ ਸੀ। ਸੋ ਪਰ ਅਸੀਂ ਥੈਂਕ ਗੋਡ ਕਿ ਸਾਨੂੰ ਪਰਮੇਸ਼ਰ ਦਾ ਹੀ ਗੱਲ ਕਹਿ ਸਕਦੇ ਹਾਂ ਆਪਾਂ, ਪਰ ਸਾਨੂੰ ਮੌਕਾ ਮਿਲਿਆ ਕਿ ਅਸੀਂ ਆਪਦੀ ਸਕੂਲਿੰਗ ਕੈਨੇਡਾ ਦੇ ਵਿੱਚ ਆ ਕੇ ਕਰੀਏ। ਸੋ ਅਸੀਂ ਆਫਟਰ ਗ੍ਰੇਡ 12 ਮੈਂ ਅਤੇ ਮੇਰੀ ਵਾਈਫ ਨੇ ਦੋਨਾਂ ਨੇ ਉਦੋਂ ਅਸੀਂ ਹਸਬੈਂਡ ਵਾਈਫ ਨਹੀਂ ਸੀਗੇ, ਅਸੀਂ ਅਲੱਗ ਕੀਤਾ ਸੀ, ਪਰ ਅਸੀਂ ਸਕੂਲ ਦੇ ਵਿੱਚ ਇਕੱਠੇ ਪੜ੍ਹੇ ਕਰਕੇ ਇੱਕ ਦੂਜੇ ਨੂੰ ਜਾਣਦੇ ਸਾਂ। ਸੋ ਅਸੀਂ ਮੈਂ ਆਪਦਾ ਅਲੱਗ ਅਤੇ ਇਹਨੇ ਆਪਦਾ ਅਲੱਗ। ਅਸੀਂ ਜਦੋਂ ਕੈਨੇਡਾ ਦੇ ਵਿੱਚ ਅਪਲਾਈ ਕੀਤਾ 2008 ਦੇ ਵਿੱਚ, ਅਤੇ ਅਸੀਂ 2008 ਦੇ ਵਿੱਚ ਕੈਨੇਡਾ ਦੇ ਵਿੱਚ ਆ ਸਕੇ, ਟੋਰਾਂਟੋ ਦੇ ਵਿੱਚ। ਸੋ ਜਦੋਂ ਅਸੀਂ ਇੱਥੇ ਆ ਗਏ, ਇੱਥੇ ਆ ਕੇ ਡਿਫਰੈਂਟ ਕਲਚਰ, ਡਿਫਰੈਂਟ ਇਨਵਾਇਰਮੈਂਟ, ਡਿਫਰੈਂਟ ਕੰਟਰੀ, ਟੋਟਲੀ ਡਿਫਰੈਂਟ ਸੈਟਅਪ ਸੀ ਇੱਥੇ। ਸੋ ਇੱਥੇ ਆਏ, ਕੁਝ ਸਾਲ ਇੱਥੇ ਰਹੇ ਅਤੇ ਮੈਂ ਕੁਝ ਸਾਲ ਬੜੇ ਗਲਤ ਸੰਗਤ ਦੇ ਵਿੱਚ ਪੈ ਗਿਆ। ਇੰਡੀਆ ਦੇ ਵਿੱਚ ਹੀ ਪੈ ਗਿਆ ਸੀ, ਪਰ ਇੱਥੇ ਆ ਕੇ ਹੋਰ ਜ਼ਿਆਦਾ ਖਰਾਬ ਹੋ ਗਈ ਸੰਗਤ। ਉਹ ਮੇਰੀ ਕੰਪਨੀ, ਖਾਸ ਕਰ ਫਰੈਂਡ ਸਰਕਲ, ਅਤੇ ਉਹ ਗਲਤ ਆਦਤਾਂ ਲੱਗ ਗਈਆਂ, ਕਿਉਂਕਿ ਫਿਰ ਗਲਤ ਸੰਗਤ ਨਾਲ ਗਲਤ ਚੀਜ਼ਾਂ ਨਾਲ ਜੁੜਦੀਆਂ। ਸੋ ਮੈਨੂੰ ਉਹ ਜੁੜ ਗਈਆਂ, ਮੈਂ ਨਸ਼ੇ 'ਚ ਪੈ ਗਿਆ, ਸ਼ਰਾਬ ਦਾ ਨਸ਼ਾ ਕਰਨ ਲੱਗ ਗਿਆ, ਹੋਰ ਚੀਜ਼ਾਂ ਦੇ ਵਿੱਚ ਪੈ ਗਿਆ, ਗਲਤ ਸੁਸਾਇਟੀ ਦੇ ਵਿੱਚ ਪੈ ਗਿਆ ਅਤੇ ਆਪਦਾ ਫਿਊਚਰ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਲੱਗ ਗਿਆ। ਫੈਮਿਲੀ ਅਪਸੈਟ, ਮੈਂ ਉਦੋਂ ਨੂੰ ਅਸੀਂ ਵਿਆਹ ਕਰਾ ਲਿਆ ਸੀ, ਮੇਰੀ ਵਾਈਫ ਅਪਸੈਟ, ਹਰ ਲਾਈਫ ਦਾ ਹਿੱਸਾ ਅਪਸੈਟ ਹੋ ਚੁੱਕਾ ਸੀਗਾ। ਸੋ ਸਾਨੂੰ ਕੋਈ ਸਮਝ ਨਹੀਂ ਸੀ, ਕੋਈ ਕੁਛ ਨਹੀਂ ਸੀ। ਅਸੀਂ ਆਪਦੀ ਨੋਰਮਲ ਲਾਈਫ ਉੱਦਾਂ ਹੀ ਜਿਉ ਰਹੇ ਸੀਗੇ, ਉੱਦਾਂ ਹੀ ਅਸੀਂ ਮੱਥੇ ਟੇਕ ਰਹੇ ਸੀ, ਉੱਦਾਂ ਹੀ ਅਸੀਂ ਧਾਰਮਿਕ ਸਥਾਨਾਂ 'ਤੇ ਜਾ ਰਹੇ ਸਾਂ, ਪਰ ਲਾਈਫ ਸਾਡੀ ਡਾਊਨ ਐਵਰੀਡੇ ਜਾ ਰਹੀ ਸੀ। ਪਰ ਥੈਂਕ ਗੋਡ ਪਰਮੇਸ਼ਰ ਹੈਗਾ, ਪਰਮੇਸ਼ਰ ਜਿਉਂਦਾ, ਸੱਚਾ ਪਰਮੇਸ਼ਰ ਹੈਗਾ। ਪ੍ਰਭੂ ਯੀਸ਼ੂ ਮਸੀਹ ਸਿਰਫ ਧਰਮ ਨਹੀਂ ਗਾ, ਪ੍ਰਭੂ ਯੀਸ਼ੂ ਮਸੀਹ ਸਿਰਫ ਨਾਮ ਨਹੀਂ ਗਾ ਇੱਕ ਬਈ ਹਾਂ ਇੱਕ ਗੋਰਿਆਂ ਦਾ ਜਾਂ ਕੁਛ ਹੈ, ਨਹੀਂ। ਪ੍ਰਭੂ ਯੀਸ਼ੂ ਮਸੀਹ ਸਾਰਿਆਂ ਨੂੰ ਪਿਆਰ ਕਰਨ ਵਾਲਾ, ਸਾਰਿਆਂ ਲਈ ਜੀਵਨ ਦਿੱਤਾ ਸੀ ਆਪਦਾ। ਉਹੀ ਜੀਵਨ ਸਾਡੇ ਵਿੱਚ ਆਉਣ ਦੀ ਇੱਕ ਦਿਨ ਰੱਖਿਆ ਹੋਇਆ ਸੀ ਉਹਨੇ ਸਾਡੇ ਲਈ। ਸੋ ਇੱਕ ਦਿਨ ਮੇਰੀ ਵਾਈਫ ਕੰਮ ਆਪਦੀ ਕੋਈ ਜੋਬ ਕਰ ਰਹੀ ਸੀ। ਉਸ ਦਿਨ ਸਾਨੂੰ ਇੱਕ ਕੰਮ ਦੇ ਉੱਤੇ ਉਹਨਾਂ ਦੇ ਬ੍ਰਦਰ ਰਾਜ ਨਾਮ ਦੇ ਉਹਨਾਂ ਦੇ ਸਰਕਲ 'ਚੋਂ ਕੰਮ ਦੇ ਉੱਤੇ ਮਿਲੇ, ਤਾਂ ਉਹਨਾਂ ਨੂੰ ਪਰਮੇਸ਼ਰ ਦੇ ਆਤਮਾ ਨੇ ਕਿਹਾ, ਜੋ ਕਿ ਆਪ ਬੋਰਨ ਅਗੇਨ ਹੋਏ ਸੀਗੇ, ਉਹਨਾਂ ਨੂੰ ਕਿਹਾ ਕਿ ਇਹਨੂੰ ਆਪਣੇ ਮਸੀਹ ਬਾਰੇ ਦੱਸ, ਇਹਨੂੰ ਯੀਸ਼ੂ ਮਸੀਹ ਬਾਰੇ ਦੱਸ। ਉਹਨਾਂ ਨੇ ਦੱਸਿਆ। ਅਸੀਂ ਕਾਫੀ ਦਿਨ ਫਾਈਟ ਕਰਦੇ ਰਹੇ ਇਹ ਚੀਜ਼ ਦੇ ਉੱਤੇ, ਕਿਉਂਕਿ ਹਾਲਾਂਕਿ ਮੈਂ ਇੰਨਾ ਧਾਰਮਿਕ ਨਹੀਂ ਸੀਗਾ, ਪਰ ਜਦੋਂ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਗੱਲ ਸੁਣੀ ਤਾਂ ਉਦੋਂ ਮੇਰੇ ਅੰਦਰ ਇੱਕ ਜੋਸ਼ ਉੱਠਿਆ ਕਿ ਨਹੀਂ ਬਈ ਮੈਂ ਤਾਂ ਆਪ ਧਰਮ ਦਾ ਸੱਚਾ ਪ੍ਰਚਾਰਕ ਹਾਂ, ਮੈਂ ਹਾਂ, ਬਟ ਕੁਝ ਨਹੀਂ ਸੀ ਉਹ। ਜਦੋਂ ਮੈਨੂੰ ਨਸ਼ੇ ਦਾ ਆਤਮਾ ਇਹਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਸੀਗਾ, ਸਾਡੇ ਘਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਫਿਰ ਇੱਕ ਦਿਨ ਕੀ ਹੋਇਆ, ਅਸੀਂ ਈਸਟਰ ਵਾਲੇ ਦਿਨ ਪਰਮੇਸ਼ਰ ਦੇ ਘਰ ਦੇ ਵਿੱਚ ਗਏ। ਸਭ ਤੋਂ ਪਹਿਲੀ ਵਾਰ ਮੈਂ ਕਦੇ ਚਰਚ ਦੇ ਵਿੱਚ ਵੜਿਆ ਸਾਂ ਅਤੇ ਮੇਰੀ ਵਾਈਫ ਮੇਰੇ ਨਾਲ ਇੱਕ ਦਿਨ ਪਹਿਲਾਂ ਗਈ ਸੀ। ਸੋ ਅਸੀਂ ਈਸਟਰ ਵਾਲੇ ਦਿਨ ਜਦੋਂ ਪਰਮੇਸ਼ਰ ਦੇ ਘਰ ਦੇ ਵਿੱਚ ਗਏ, ਉਦੋਂ ਪਰਮੇਸ਼ਰ ਦੇ ਦਾਸ ਨੂੰ ਵੇਖਿਆ, ਉਹਦੇ ਸੁਣਿਆ, ਪ੍ਰਭੂ ਯੀਸ਼ੂ ਜ਼ਿੰਦਾ ਹੋ ਗਿਆ। ਕੋਈ ਕਹਾਣੀ ਦਾ ਮੈਨੂੰ ਮਤਲਬ ਨਹੀਂ ਸਮਝ ਆਇਆ, ਪਰ ਜਦੋਂ ਮੈਂ ਸ਼ਾਮ ਨੂੰ ਘਰੇ ਆਇਆ, ਮੈਂ ਆਪਦੀ ਨੋਰਮਲ ਲਾਈਫ ਜਿੱਦਾਂ ਜਿਉਂਦਾ, ਸ਼ਰਾਬ ਨਾਲ ਨਸ਼ੇ ਨਾਲ ਧੁੱਤ ਹੋ ਕੇ ਫਿਰ ਮੈਂ ਸੌਣ ਲੱਗਾ ਪਰ ਉਸ ਦਿਨ ਜਦੋਂ ਸ਼ੈਤਾਨ ਦਾ ਅਟੈਕ ਹੋਇਆ, ਉਸ ਦਿਨ ਮੇਰੇ 'ਤੇ ਉਹ ਗੰਦੇ ਸ਼ੈਤਾਨ ਦੀ ਆਤਮਾ ਦਾ, ਉਸ ਦਿਨ ਮੈਨੂੰ ਪਰਮੇਸ਼ਰ ਨੇ ਮੇਰਾ ਦਿਨ ਠਹਿਰਾਇਆ ਸੀਗਾ, ਉਹ ਪਰਮੇਸ਼ਰ ਨੇ ਮੇਰਾ ਦਿਨ ਰੱਖਿਆ ਹੋਇਆ ਸੀਗਾ। ਸੋ ਉਸ ਦਿਨ ਕੀ ਹੋਇਆ ਕਿ ਫੋਨ ਕੀਤਾ ਗਿਆ। ਚਲੋ ਬਾਹਲੀ ਲੰਬੀ ਸਟੋਰੀ ਮੈਂ ਨਹੀਂ ਸ਼ੇਅਰ ਕਰੂੰਗਾ, ਮੈਂ ਇੰਨੀ ਕਰੂੰਗਾ ਕਿ ਸਾਨੂੰ ਪਰਮੇਸ਼ਰ ਦੇ ਦਾਸ ਨਾਲ ਕੰਟੈਕਟ ਹੋਇਆ, ਜੋ ਉਸ ਚਰਚ ਦਾ ਪਾਸਟਰ ਜਿੱਥੇ ਅਸੀਂ ਜਾ ਕੇ ਆਏ ਸੀਗਾ, ਉਸਨੇ ਸਾਡੇ ਲਈ, ਮੇਰੇ ਲਈ ਖਾਸ ਕਰਕੇ ਚਰਚ ਫੋਨ ਦੇ ਉੱਤੇ ਰਾਤ ਦੇ 2 ਵਜੇ ਪ੍ਰਾਰਥਨਾ ਕੀਤੀ। ਉਹ ਸੀ 24 ਅਪ੍ਰੈਲ 2011 24 ਅਪ੍ਰੈਲ 2011
ਤੇ ਉਸ ਦਿਨ ਮੇਰੇ ਲਈ ਪ੍ਰੇਅਰ ਕੀਤੀ ਗਈ। ਫੋਨ ਦੇ ਉੱਤੇ ਹੱਥ ਨਹੀਂ ਰੱਖਿਆ ਗਿਆ, ਕੋਈ ਮੇਰੇ ਤੇ ਤੇਲ ਨਹੀਂ ਮਲਿਆ ਗਿਆ, ਕੋਈ ਮੇਰੇ ਤੇ ਕੋਈ ਇਹੋ ਜਿਹੀ ਵਿਸ਼ਵਾਸ ਦੀ ਸੰਗਤ ਨਹੀਂ ਇਕੱਠੀ ਕੀਤੀ, ਸਿਰਫ ਤੇ ਸਿਰਫ ਪਿਆਰ ਨਾਲ ਸਿੰਪਲ ਪ੍ਰਾਰਥਨਾ ਕੀਤੀ ਗਈ। ਤੇ ਉਹ ਦਿਨ ਸੀਗਾ ਜਿਸ ਦਿਨ ਉਹ ਸ਼ੈਤਾਨ ਮੈਨੂੰ ਛੱਡ ਕੇ ਗਿਆ ਤੇ ਮੈਂ ਧਰਮ ਨਹੀਂ ਬਦਲਿਆ, ਮੇਰਾ ਜੀਵਨ ਬਦਲ ਗਿਆ। ਉਹ ਦਿਨ ਸੀਗਾ। ਸੋ ਉਸ ਦਿਨ ਤੋਂ ਜਦੋਂ ਅਸੀਂ ਸਮਝਿਆ, ਪਤਾ ਲੱਗਿਆ, ਅਗਲੇ ਦਿਨ ਮੈਂ ਪਾਸਟਰ ਨੂੰ ਮਿਲਿਆ, ਮੈਂ ਕਿਹਾ ਮੈਨੂੰ ਰਾਤ ਕੀ ਹੋਇਆ ਸੀ। ਉਹਨੇ ਮੈਨੂੰ ਸਮਝਾਇਆ, ਉਹਨੇ ਮੈਨੂੰ ਬਾਈਬਲ ਦਿੱਤੀ। ਮੈਂ ਪਵਿੱਤਰ ਬਾਈਬਲ ਨੂੰ ਫਿਰ ਫੜਿਆ, ਮੈਂ ਪੜ੍ਹਨਾ ਸ਼ੁਰੂ ਕੀਤਾ, ਮੇਰੀ ਵਾਈਫ ਨੇ ਪੜ੍ਹਨਾ ਸ਼ੁਰੂ ਕੀਤਾ। ਸਾਡਾ ਜੀਵਨ ਬਦਲਣ ਲੱਗ ਗਿਆ, ਸਾਡੇ ਦਿਨ ਬਦਲਣ ਲੱਗ ਗਏ, ਸਾਡੀ ਮੈਰਿਜ ਬਦਲਣ ਲੱਗ ਗਈ, ਸਾਡਾ ਫਾਈਨੈਂਸ ਬਦਲਣ ਲੱਗ ਗਿਆ, ਸਾਡੀ ਸੁਸਾਇਟੀ ਬਦਲਣ ਲੱਗ ਗਈ। ਅਸੀਂ ਜਿਹੜੀ ਮੈਂ ਲੋਕਾਂ ਨਾਲ ਬੈਠਦਾ ਉੱਠਦਾ ਸੀਗਾ, ਮਹੀਨੇ ਬਾਅਦ ਉਹਨਾਂ ਨਾਲ ਜੀ ਨਾ ਕਰੇ ਬੈਠਣ ਉੱਠਣ ਨੂੰ, 2 ਮਹੀਨੇ ਬਾਅਦ ਮੈਨੂੰ ਉਹਨਾਂ ਨਾਲ ਬੈਠਣਾ ਇੱਕ ਘੁੱਟਣ ਮਹਿਸੂਸ ਹੁੰਦੀ ਜਦੋਂ ਉਹਨਾਂ ਨਾਲ ਬੈਠਦਾ ਸੀਗਾ। ਸੋ ਕੀ ਹੋਇਆ ਸੀ, ਪਰਮੇਸ਼ਰ ਦਾ ਆਤਮਾ ਮੇਰੇ ਅੰਦਰ ਆ ਗਿਆ, ਪ੍ਰਭੂ ਯਿਸੂ ਮਸੀਹ ਦਾ ਆਤਮਾ ਮੇਰੇ ਅੰਦਰ ਆ ਗਿਆ, ਉਹਦਾ ਜੀਵਨ ਮੇਰੇ ਅੰਦਰ ਆ ਗਿਆ। ਉਹ ਜੋ ਅਨੰਤ ਜੀਵਨ ਆ, ਉਹ ਜੋ ਖੁਸ਼ੀਆਂ ਵਾਲਾ ਜੀਵਨ, ਉਹ ਜੋ ਪਰਮੇਸ਼ਰ ਦੀ ਤਾਕਤ ਆ, ਉਹ ਸਾਡੇ ਅੰਦਰ ਆ ਗਈ ਤੇ ਸਾਡਾ ਜੀਵਨ ਸਦਾ ਲਈ ਬਦਲ ਗਿਆ, ਸਦਾ ਲਈ ਬਦਲ ਗਿਆ। ਸਾਡੇ ਨਾਮ ਨਹੀਂ ਬਦਲੇ, ਸਾਡਾ ਨਾਮ ਅੱਜ ਵੀ ਹਰਪ੍ਰੀਤ ਸਿੰਘ ਖੋਸਾ ਤੇ ਗਗਨਪ੍ਰੀਤ ਕੌਰ ਸੰਧੂ ਆ, ਉਹਦਾ ਅੱਜ ਵੀ ਸਾਡੇ ਨਾਮ ਉਹੀ ਆ, ਪਰ ਸਾਡੇ ਅੰਦਰ ਪਰਮੇਸ਼ਰ ਨੇ ਸਾਡਾ ਚਰਿੱਤਰ ਬਦਲਤਾ, ਸਾਡੇ ਅੰਦਰ ਆ ਕੇ ਪਰਮੇਸ਼ਰ ਨੇ ਸਾਡਾ ਆਤਮਾ ਬਦਲਤਾ, ਸਾਡੇ ਅੰਦਰ ਆ ਕੇ ਪਰਮੇਸ਼ਰ ਨੇ ਸਾਡੀ ਸਾਰੀ ਲਾਈਫ ਬਦਲਤੀ। ਹੁਣ ਸਾਡਾ ਏਮ ਸਿਰਫ ਉਹ ਨਹੀਂ ਰਿਹਾ ਜਿਹੜਾ ਦੁਨੀਆ ਦਾ ਏਮ ਆ ਕਿ ਅਸੀਂ ਪੈਸੇ ਕਮਾ ਲਈਏ, ਸੈੱਟ ਹੋ ਜਾਈਏ, ਆਹ ਕਰੀਏ। ਹੁਣ ਸਾਡਾ ਏਮ ਹੈਗਾ ਕਿ ਅਸੀਂ ਪਰਮੇਸ਼ਰ ਦਾ ਕੰਮ ਕਰੀਏ। ਹੁਣ ਸਾਡਾ ਏਮ ਹੈਗਾ ਕਿ ਅਸੀਂ ਪਰਮੇਸ਼ਰ ਦੀ ਬਾਦਸ਼ਾਹਤ ਲਈ ਕੀ ਕਰ ਸਕਦੇ ਹਾਂ। ਹੁਣ ਸਾਡੇ ਮਕਸਦ ਮਿਲ ਗਿਆ ਸਾਨੂੰ। ਪਹਿਲਾਂ ਲਾਈਫ ਸੀਗੀ ਹੋਪਲੈਸ, ਲਾਈਫ ਸੀਗੀ ਕਲੂਲੈਸ, ਲਾਈਫ ਸੀਗੀ ਠੀਕ ਆ ਇੱਦਾਂ ਜਿਉਂਦੇ ਆ ਸਾਰੇ, ਆਪਾਂ ਵੀ ਇੱਦਾਂ ਜਿਉ ਲਾਂਗੇ, ਪਰ ਨਹੀਂ। ਹੁਣ ਸਾਡੀ ਲਾਈਫ ਹੈਗੀ ਆ ਕਿ ਪਰਮੇਸ਼ਰ ਦਾ ਆਤਮਾ ਕਹਿੰਦਾ ਆਹ ਕਰ, ਸੋ ਉਹ ਕਰਨਾ। ਕਿਉਂਕਿ ਪ੍ਰਭੂ ਯਿਸੂ ਮਸੀਹ, ਜੇ ਤੁਸੀਂ ਸੁਣੋਗੇ ਧਿਆਨ ਨਾਲ, ਬਾਈਬਲ ਪੜ੍ਹੋਗੇ ਧਿਆਨ ਨਾਲ, ਉਹਨੂੰ ਪ੍ਰਭੂ ਯਿਸੂ ਮਸੀਹ ਦੇ ਲਈ ਇੱਕ ਮਕਸਦ ਸੀਗਾ, ਉਹ ਮਕਸਦ ਲਈ ਆਇਆ ਸੀ। ਉਵੇਂ ਹਰ ਇੱਕ ਦੇ ਲਈ ਮਕਸਦ ਆ। ਹਰ ਇੱਕ ਇਨਸਾਨ ਨੂੰ ਪਰਮੇਸ਼ਰ ਨੇ ਆਪਦੇ ਰੂਪ ਦੇ ਉੱਤੇ ਬਣਾਇਆ, ਆਪਦੇ ਵਰਗਾ ਬਣਾਇਆ ਤੇ ਆਪਦੇ ਕੋਲੇ ਬੁਲਾਉਣ ਲਈ ਬੁਲਾਇਆ ਗਿਆ। ਹਰ ਇੱਕ ਦੇ ਕੋਲ ਮਰਜ਼ੀ ਆ। ਹੁਣ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਸੀ 2011 ਦੇ ਵਿੱਚ ਮੈਨੂੰ ਪਰਮੇਸ਼ਰ ਮਿਲਿਆ। 2011 ਤੋਂ ਮੈਨੂੰ 9 ਸਾਲ ਹੋ ਗਏ। ਉਸ ਦਿਨ ਔਰ ਰਾਤ ਜਦੋਂ ਪ੍ਰਾਰਥਨਾ ਕੀਤੀ ਗਈ, 9 ਸਾਲ ਹੋ ਗਏ, ਮੈਂ ਅੱਜ ਤੱਕ ਸ਼ਰਾਬ ਨੂੰ ਹੱਥ ਨਹੀਂ ਲਾਇਆ। ਅੱਜ ਤੱਕ ਸ਼ਰਾਬ ਮੇਰੇ ਮੂੰਹ ਦੇ ਅੰਦਰ ਦੀ ਲੰਘੀ ਨਹੀਂ। ਅੱਜ ਤੱਕ ਮੇਰੇ ਅੰਦਰ ਇੱਛਾ ਵੀ ਨਹੀਂ ਪੈਦਾ ਹੋਈ ਕਿ ਮੈਂ ਦੁਬਾਰਾ ਉਹ ਸ਼ਰਾਬ ਪੀ ਸਕਾਂ। ਅੱਜ ਤੱਕ ਮੇਰੇ ਅੰਦਰ ਇੱਛਾ ਹੀ ਨਹੀਂ ਹੋਈ ਕਿ ਮੈਂ ਦੁਬਾਰਾ ਉਸ ਸੰਗਤ ਵਿੱਚ ਜਾ ਕੇ ਬੈਠਾਂ ਜਾਂ ਦੁਬਾਰਾ ਉਹ ਨਸ਼ਿਆਂ ਨੂੰ ਟੱਚ ਕਰਾਂ। ਹੁਣ ਮੈਨੂੰ ਮੇਰੇ ਪਰਮੇਸ਼ਰ, ਕਿਉਂਕਿ ਮੇਰੇ ਅੰਦਰ ਪਰਮੇਸ਼ਰ ਦਾ ਆਤਮਾ ਆ ਗਿਆ, ਉਹ ਪ੍ਰਭੂ ਯਿਸੂ ਮਸੀਹ ਆ ਗਿਆ, ਉਹਨੇ ਆਪਦਾ ਜੀਵਨ ਦੇ ਦਿੱਤਾ, ਉਹਨੇ ਆਪਦਾ ਪਵਿੱਤਰਤਾ ਹੀ ਮੇਰੇ ਅੰਦਰ ਦੇ ਦਿੱਤੀ। ਇਸ ਕਰਕੇ ਹੁਣ ਮੇਰਾ ਉਹ ਭੈੜੀਆਂ ਚੀਜ਼ਾਂ ਨੂੰ ਛੱਡ ਕੇ ਪਰਮੇਸ਼ਰ ਵੱਲ ਧਿਆਨ ਹੋ ਗਿਆ। ਮੇਰੀ ਵਾਈਫ ਦਾ, ਸਾਡੇ ਪਰਿਵਾਰ ਦਾ। ਹੁਣ ਸਾਡਾ ਇਹੀ ਇੱਛਾ ਕਿ ਅਸੀਂ ਵੱਧ ਗਏ, ਪਰਮੇਸ਼ਰ 'ਚ ਵਧੀਏ, ਪਰਮੇਸ਼ਰ ਦਾ ਕੰਮ ਕਰੀਏ। ਸੋ ਸਾਡੀ ਟੈਸਟੀਮਨੀ ਇਕੱਲੀ ਇਹੀ ਨਹੀਂ ਵੀ ਅਸੀਂ ਇੱਥੋਂ ਬਦਲੇ ਹਾਂ, ਹੋਰ ਬੜੇ ਕੰਮ ਪਰਮੇਸ਼ਰ ਨੇ ਸਾਡੇ ਜੀਵਨ ਦੇ ਵਿੱਚ ਹੋਰ ਬੜੇ ਕੰਮ ਕੀਤੇ। ਕਿਸ ਤਰ੍ਹਾਂ ਪਰਮੇਸ਼ਰ ਨੇ ਸਾਡਾ ਫਾਈਨੈਂਸ ਬਦਲਣਾ ਸ਼ੁਰੂ ਕੀਤਾ, ਕਿਸ ਤਰ੍ਹਾਂ ਪਰਮੇਸ਼ਰ ਨੇ ਸਾਡਾ ਸਟੇਟਸ ਜੋ ਕਿ ਕੈਨੇਡਾ ਦੇ ਵਿੱਚ ਐਜ਼ ਅ ਸਟੂਡੈਂਟ ਇੰਟਰਨੈਸ਼ਨਲ ਆਏ ਸੀ, ਅਤੇ ਕਿਸ ਤਰ੍ਹਾਂ ਪਰਮੇਸ਼ਰ ਨੇ ਸਾਡੇ ਲਈ ਲੋਕਾਂ ਨੂੰ ਭੱਜਣਾ ਪੈਂਦਾ ਇਸ ਸੂਬੇ 'ਚੋਂ ਨਿਕਲ ਕੇ, ਇਸ ਸਟੇਟ 'ਚੋਂ ਨਿਕਲ ਕੇ ਹੋਰਾਂ ਨਿੱਕੇ ਨਿੱਕੇ ਸਟੇਟਾਂ ਦੇ ਵਿੱਚ ਕਿ ਅਸੀਂ ਜਾ ਕੇ ਪਰਮਨੈਂਟ ਰੈਜ਼ੀਡੈਂਸੀ ਲੈ ਲਈਏ। ਸਾਨੂੰ ਇੱਕ ਵੀ ਦਿਨ ਪ੍ਰੋਬਲਮ ਨਹੀਂ ਆਈ, ਸਾਨੂੰ ਇੱਕ ਵੀ ਤਰ੍ਹਾਂ ਸਾਨੂੰ ਭੱਜਣਾ ਨਹੀਂ ਪਿਆ। ਮੇਰੇ ਆਪ ਦੇ ਫਰੈਂਡ ਪਰਸਨਲੀ ਜਿਹੜੇ ਨਾਲ ਆਏ ਸੀ ਸਾਡੇ, ਉਹ ਇੱਥੋਂ ਨਿਕਲ ਕੇ ਹੋਰਾਂ ਸਟੇਟਾਂ ਦੇ ਵਿੱਚ ਗਏ, ਪਰ ਪਰਮੇਸ਼ਰ ਨੇ ਕਿਹਾ ਸਾਨੂੰ ਉੱਥੇ ਰਹਿ ਜਿੱਥੇ ਮੈਂ ਤੈਨੂੰ ਕਹਿਣਾ, ਤੇ ਇੱਥੇ ਤੈਨੂੰ ਮੈਂ ਬਲੈਸ ਕਰੂੰਗਾ। ਤੇ ਕਿਉਂਕਿ ਪਰਮੇਸ਼ਰ ਦੀ ਬਲੈਸਿੰਗ ਹਮੇਸ਼ਾ ਉੱਥੇ ਕਨੈਕਟਡ ਹੁੰਦੀ ਹੈ ਜਿੱਥੇ ਪਰਮੇਸ਼ਰ ਤੁਹਾਨੂੰ ਬੀਜਦਾ। ਤੇ ਸਾਨੂੰ ਪਰਮੇਸ਼ਰ ਨੇ ਇੱਕ ਚਰਚ ਨਾਲ ਬੀਜਿਆ ਸੀਗਾ, ਸਾਨੂੰ ਪਰਮੇਸ਼ਰ ਨੇ ਚਰਚ ਨਾਲ ਕਨੈਕਟ ਕੀਤਾ ਸੀ। ਪਰਮੇਸ਼ਰ ਕਹਿੰਦਾ ਤੇਰੀ ਬਲੈਸਿੰਗ ਇਸ ਪਾਸਟਰ ਦੇ ਰਾਹੀਂ ਇੱਥੋਂ ਤੈਨੂੰ ਮਿਲੂਗੀ, ਸੋ ਤੂੰ ਇੱਥੇ ਕਨੈਕਟਡ ਰਹੀਂ। ਸ਼ੈਤਾਨ ਤੈਨੂੰ ਰੋਕੂਗਾ, ਸ਼ੈਤਾਨ ਤੇ ਦੁਨੀਆ ਦੇ ਲੋਕ ਤੈਨੂੰ ਅਲੱਗ ਕਰਨਗੇ, ਤੇਰੇ ਫਰੈਂਡ ਸਰਕਲ ਤੈਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰੂਗਾ, ਪਰ ਤੂੰ ਇੱਥੇ ਰਹੀਂ, ਤੇਰੀ ਬਲੈਸਿੰਗ ਇੱਥੇ ਹੋਈ। ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਸਾਨੂੰ ਜਿਹੜਾ ਸਰਟਨ ਟਾਈਮ ਗਵਰਨਮੈਂਟ ਕਹਿੰਦੀ ਅਸੀਂ ਉਹ ਸਰਟਨ ਟਾਈਮ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਲਈ। ਸਾਡੇ ਹੁਣ ਫੈਮਿਲੀ ਆ, ਅਸੀਂ 2 ਬੱਚੇ ਆ, ਸਾਡੇ ਵੈਲ ਰੇਜ਼ਡ ਕਰ ਰਹੇ ਹਾਂ, ਉਹਨਾਂ ਨੂੰ ਪ੍ਰੋਪਰਲੀ ਟੀਚ ਕਰ ਰਹੇ ਉਹਨੂੰ ਪਰਮੇਸ਼ਰ ਦੇ। ਇੱਥੋਂ ਤੱਕ ਇੱਥੇ ਨਹੀਂ ਛੱਡਿਆ ਸਾਨੂੰ ਪਰਮੇਸ਼ਰ ਨੇ। ਅਸੀਂ ਕਈ ਵਾਰੀ, ਮੈਂ ਤੇ ਮੇਰੀ ਵਾਈਫ ਕਈ ਵਾਰੀ ਘਰੇ ਬਹਿ ਕੇ ਗੱਲਾਂ ਕਰਦੇ ਹਾਂ, ਸੋਚਦੇ ਹਾਂ ਕਿ ਅਸੀਂ ਕਿੱਥੋਂ ਸ਼ੁਰੂ ਕੀਤੀ ਸੀ ਲਾਈਫ, ਕਿਵੇਂ ਅਸੀਂ ਗਲਤ ਸੁਸਾਇਟੀ 'ਚ, ਕਿ ਗਲਤ ਪੰਗਿਆਂ 'ਚ ਪਏ, ਕਿਹੋ ਜਿਹੀ ਲਾਈਫ ਜਿਉਂਦਾ ਸਾਂ ਮੈਂ। ਪਰ ਅੱਜ ਮੈਨੂੰ ਪਰਮੇਸ਼ਰ ਨੇ ਸਿਰਫ ਜੀਵਨ ਹੀ ਨਹੀਂ ਬਦਲਿਆ ਮੇਰਾ, ਪਰਮੇਸ਼ਰ ਨੇ ਸਿਰਫ ਮੈਨੂੰ ਇੰਨਾ ਮੌਕਾ ਹੀ ਨਹੀਂ ਦਿੱਤਾ ਕਿ ਪਰਮੇਸ਼ਰ ਅਸੀਂ ਟੈਸਟਮਨੀ ਸ਼ੇਅਰ ਕਰ ਸਕੀਏ। ਮੈਨੂੰ ਪਰਮੇਸ਼ਰ ਨੇ ਇੱਕ ਆਪਦਾ ਪਵਿੱਤਰ ਸਥਾਨ ਦਿੱਤਾ। ਮੈਂ ਇੱਕ ਚਰਚ ਦਾ ਪਾਸਟਰ ਹਾਂ। ਹੁਣ ਮੈਂ ਤੇ ਮੇਰੀ ਵਾਈਫ ਇੱਕ ਚਰਚ ਨੂੰ ਪਾਸਟਰ ਕਰ ਰਹੇ ਹਾਂ। ਅਸੀਂ ਲਾਸਟ ਈਅਰ ਹੀ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਦੇ ਨਾਲ ਚਰਚ ਸ਼ੁਰੂ ਕੀਤਾ। ਲਾਸਟ ਈਅਰ ਹੀ ਹਜੇ ਅਸੀਂ ਉਹਦੀ ਨੀਂਹ ਰੱਖੀ ਔਰ ਸਟਾਰਟ ਕੀਤਾ ਆਤਮਾ ਦੇ ਵਿੱਚ ਤੇ ਨੈਚੁਰਲ ਦੇ ਵਿੱਚ। ਸੋ ਪਰਮੇਸ਼ਰ ਸਾਨੂੰ ਪਲੇਟਫਾਰਮ ਦੇ ਰਿਹਾ। ਉਹ ਕਹਿ ਰਿਹਾ ਕਿ ਦੇਖ, ਮੈਂ ਤੇਰਾ ਜੀਵਨ ਬਦਲਿਆ,
ਮੈਂ ਤੇਰਾ ਧਰਮ ਨਹੀਂ ਬਦਲਿਆ, ਮੈਂ ਤੇਰਾ ਜੀਵਨ ਬਦਲਿਆ। ਇਸ ਕਰਕੇ ਮੈਂ ਚਾਹੂੰਗਾ ਮੈਂ ਤੇਰੇ ਰਾਹੀਂ ਹੋਰ ਜੀਵਨ ਬਦਲ ਸਕਾਂ। ਪਰਮੇਸ਼ਰ ਦੀ ਇਹੀ ਤਾਕਤ ਆ। ਪਰਮੇਸ਼ਰ ਸਿਰਫ ਇੱਕ ਨੂੰ ਨਹੀਂ ਬਦਲਦਾ। ਪਰਮੇਸ਼ਰ ਕਹਿੰਦਾ ਮੈਂ ਇੱਕ ਦੇ ਨਾਲ ਪਤਾ ਨਹੀਂ ਹਜ਼ਾਰਾਂ ਲੱਖਾਂ ਬਦਲੂੰਗਾ, ਪਰ ਜੇ ਤੁਸੀਂ ਮੇਰੇ 'ਚ ਸਥਿਰ ਰਹੋਗੇ, ਜੇ ਤੁਸੀਂ ਮੇਰੇ 'ਚ ਸਫਲ ਰਹੋਗੇ, ਮਜ਼ਬੂਤ ਰਹੋਗੇ, ਵਿਸ਼ਵਾਸ ਕਰੋਗੇ ਤੇ ਅੜੇ ਰਹੋਗੇ, ਮੈਂ ਤੇਰੇ ਥਰੂ ਪਤਾ ਨਹੀਂ ਕਿੰਨੀਆਂ ਲਾਈਫ ਟੱਚ ਕਰੂੰਗਾ। ਇਹ ਜਿਹੜੇ ਟੈਸਟਮਨੀਆਂ ਸ਼ੇਅਰ ਕਰ ਰਹੇ ਹਾਂ, ਇਹ ਨਹੀਂਗਾ ਵੀ ਅਸੀਂ ਚਰਚ ਗਰੋਥ ਲਈ ਟੈਸਟਮਨੀ ਸ਼ੇਅਰ ਕਰ ਰਹੇ ਹਾਂ, ਵੀ ਅਸੀਂ ਆਪਦੇ ਚਰਚ ਦਾ ਨਾਮ ਦੱਸਾਂਗੇ ਤੇ ਭਾਈ ਤੁਸੀਂ ਆਓਗੇ। ਨਹੀਂ, ਅਸੀਂ ਟੈਸਟਮਨੀ ਸ਼ੇਅਰ ਕਰ ਰਹੇ ਹਾਂ ਕਿਉਂਕਿ ਤੁਸੀਂ ਬਾਦਸ਼ਾਹ ਤੋਂ ਆਓ, ਪਹਿਲਾਂ ਪਰਮੇਸ਼ਰ ਦੀ ਬਾਦਸ਼ਾਹ ਤੋਂ। ਜਦੋਂ ਪਰਮੇਸ਼ਰ ਦੀ ਬਾਦਸ਼ਾਹ 'ਚ ਆ ਗਏ, ਤੁਸੀਂ ਪਰਮੇਸ਼ਰ ਨੂੰ ਕਬੂਲ ਕੀਤਾ, ਤਾਂ ਫਿਰ ਪਰਮੇਸ਼ਰ ਤੁਹਾਡੇ ਲਈ ਇੱਕ ਕਲੀਸਿਆ ਰੱਖਦਾ, ਇੱਕ ਪਾਦਰੀ ਰੱਖਦਾ, ਜਿਹਦੇ ਅਧੀਨ ਹੋ ਕੇ ਤੁਹਾਨੂੰ ਪਰਮੇਸ਼ਰ ਹਰ ਇੱਕ ਬਲੈਸਿੰਗ ਦਿੰਦਾ। ਪਰ ਉਹੀ ਨਹੀਂ ਇਕੱਲੀ, ਪਰਮੇਸ਼ਰ ਤੁਹਾਨੂੰ ਬਹੁਤ ਬਲੈਸ ਕਰਨਾ ਚਾਹੁੰਦਾ, ਹਰ ਇੱਕ ਨੂੰ, ਵੀਅਰ ਨੂੰ, ਜਿਹੜਾ ਵੇਖਣਾ ਚਾਹੁੰਦਾ। ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿਉਂਕਿ ਹੁਣ ਸਾਡੀ ਅਸੀਂ ਇਹ ਨਹੀਂ ਸੋਚਦੇ ਪਏ ਵੀ ਇਕੱਲੇ ਤੁਸੀਂ ਅਨਸੇਵਡ ਲੋਕ ਦੇਖ ਰਹੇ ਹੋ ਜਾਂ ਜਿਹੜੇ ਮਸੀਹ 'ਚ ਨਹੀਂ ਗਏ, ਪਰ ਜਿਹੜੇ ਸੇਵਡ ਵੀ ਆ, ਮਸੀਹ 'ਚ ਵੀ ਨੇ। ਕਈ ਲੋਕ ਕਹਿ ਦਿੰਦੇ ਅਸੀਂ ਮੁਸੀਬਤ 'ਚ ਜਾ ਰਹੇ ਹਾਂ, ਸਾਡੇ ਨਾਲ ਇਹ ਕਿਉਂ ਨਹੀਂ ਹੋਇਆ? ਵੀ ਇਹ ਜਿਹੜੀ ਇਹਦੀ ਟੈਸਟਮਨੀ ਆ, ਇਹ ਨਸ਼ੇ ਦਾ ਆਤਮਾ ਇਹਦੇ ਨਾਲ ਸੀ, ਇਹ ਸ਼ਰਾਬ ਪੀਂਦਾ ਸੀ, ਇਹ ਗਲਤ ਕੰਮਾਂ 'ਚ ਸੀਗਾ, ਵੀ ਇਹਦੇ ਨਾਲ ਇੱਕ ਦਿਨ 'ਚ ਕਿਵੇਂ ਹੋ ਗਿਆ? ਸਾਡੇ ਨਾਲ ਕਿਉਂ ਨਹੀਂ ਹੋਇਆ? ਪਰ ਧੀਰਜ ਰੱਖੋ, ਸਬਰ ਰੱਖੋ। ਬਾਈਬਲ ਦੇ ਵਿੱਚ ਲਿਖਿਆ ਸਬਰ ਤੇ ਵਿਸ਼ਵਾਸ ਦੇ ਨਾਲ ਅਸੀਂ ਪਰਮੇਸ਼ਰ ਦੀ ਹਰ ਇੱਕ ਪ੍ਰੋਮਿਸ ਨੂੰ, ਹਰ ਇੱਕ ਪਰਮੇਸ਼ਰ ਦੇ ਵਾਅਦੇ ਨੂੰ ਕਬੂਲ ਕਰਦੇ ਹਾਂ, ਰਿਸੀਵ ਕਰਦੇ ਹਾਂ। ਉਸੇ ਤਰ੍ਹਾਂ ਅਸੀਂ ਵੀ ਆਪਦੀ ਲਾਈਫ 'ਚ ਜਿਹੜੀ ਟੈਸਟਮਨੀ ਕੀਤੀ ਆ, ਪਹਿਲੀ ਟੈਸਟਮਨੀ, ਪਹਿਲੀ ਪਰਮੇਸ਼ਰ ਨੇ ਮਿਹਨਤ ਸਾਡੇ 'ਤੇ ਕੀਤੀ, ਪਹਿਲਾ ਫਜ਼ਲ ਸਾਨੂੰ ਦਿੱਤਾ, ਪਹਿਲੀ ਗ੍ਰੇਸ ਸਾਡੇ 'ਤੇ ਕੀਤੀ। ਉਸ ਤੋਂ ਬਾਅਦ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਆਪਦਾ ਵਿਸ਼ਵਾਸ ਮੇਰੇ 'ਤੇ ਕਰਦੇ ਰਹੋ, ਮੇਰੇ ਉੱਤੇ ਖੜੇ ਰਹੋ, ਮੇਰੇ ਵਚਨ ਦੇ ਉੱਤੇ ਖੜੋ, ਮੇਰੇ 'ਤੇ ਵਿਸ਼ਵਾਸ ਕਰੋ। ਬਾਕੀ ਨੇਮਤਾਂ ਵੀ, ਬਾਕੀ ਫਲ ਵੀ, ਬਾਕੀ ਤੁਹਾਡੇ ਲਈ ਬਲੈਸਿੰਗ ਜਿਹੜੀਆਂ ਰੱਖੀਆਂ, ਉਹ ਵੀ ਹੌਲੀ ਹੌਲੀ ਆਉਂਦੀਆਂ ਰਹਿਣਗੀਆਂ। ਸੋ ਜਿੱਦਾਂ ਕਰੇਜ ਨਹੀਂ ਛੱਡ ਸਕਦੇ ਆਪਾਂ, ਵਿਸ਼ਵਾਸ ਨਹੀਂ ਛੱਡ ਸਕਦੇ, ਉਸੇ ਤਰ੍ਹਾਂ ਪਰਮੇਸ਼ਰ ਹਰ ਇੱਕ ਦੇ ਜੀਵਨ 'ਚ ਕੰਮ ਕਰਦਾ। ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਗਾ। ਪਰਮੇਸ਼ਰ ਕਿਸੇ ਇੱਕ ਨੂੰ ਨਹੀਂ ਚੁਣਿਆ ਹੋਏਗਾ ਵੀ ਹਾਂ ਤੂੰ ਹੀ ਚੁਣਿਆ ਤੇ ਮੈਂ ਤੈਨੂੰ ਹੀ ਛੱਡੂੰਗਾ। ਨਹੀਂ, ਬਾਈਬਲ ਵਿੱਚ ਲਿਖਿਆ ਪਰਮੇਸ਼ਰ ਨੇ ਮੂਸਾ ਨੂੰ ਚੁਣਿਆ ਸੀਗਾ, ਮੂਸਾ ਮਰ ਗਿਆ ਤੇ ਮੂਸੇ ਤੋਂ ਬਾਅਦ ਪਰਮੇਸ਼ਰ ਆ ਕੇ ਆਪਦੇ ਯਹੋਸ਼ੂ ਨੂੰ ਕਹਿੰਦਾ, ਦੇਖ ਮੇਰਾ ਮੂਸਾ ਤਾਂ ਮਰ ਗਿਆ ਪਰ ਤੂੰ ਹੈਗਾ, ਇਹ ਮੈਂ ਉਹਦੇ ਨਾਲ ਸੀ, ਉਵੇਂ ਤੇਰੇ ਨਾਲ। ਉਹ ਪੱਖਪਾਤ ਨਹੀਂ ਕਰਦਾ। ਉਹ ਜੇ ਇੱਕ ਨੂੰ ਛਡਾਊਗਾ ਦੂਜੇ ਨੂੰ ਵੀ ਛਡਾਉਂਦਾ। ਜੋ ਇੱਕ ਲਈ ਕੰਮ ਕਰਦਾ ਦੂਜੇ ਲਈ ਵੀ ਕੰਮ ਕਰਦਾ। ਜੋ ਇੱਕ ਨੂੰ ਆਜ਼ਾਦ ਕਰਦਾ ਉਹ ਦੂਜੇ ਨੂੰ ਵੀ ਆਜ਼ਾਦ ਕਰਦਾ। ਪਰ ਆਪਾਂ ਨੂੰ ਲੱਭਣਾ ਪੈਣਾ ਆਜ਼ਾਦੀ ਕਿੱਥੇ ਆ? ਆਜ਼ਾਦੀ ਪਰਮੇਸ਼ਰ ਦੇ ਵਚਨ 'ਚ ਆ, ਆਜ਼ਾਦੀ ਪਰਮੇਸ਼ਰ ਦੇ ਘਰ 'ਚ ਆ, ਆਜ਼ਾਦੀ ਪਰਮੇਸ਼ਰ ਦੇ ਨਾਲ ਜੁੜਨ 'ਚ ਆ, ਆਜ਼ਾਦੀ ਪਰਮੇਸ਼ਰ ਤੋਂ ਦੂਰ ਨਹੀਂ ਗਈ। ਸੋ ਪਰਮੇਸ਼ਰ ਦੇ ਜਿੰਨਾ ਨੇੜੇ ਭੱਜਾਂਗੇ ਉਨੇ ਹੀ ਅਸੀਂ ਆਜ਼ਾਦ ਹੋਵਾਂਗੇ। ਮੈਂ ਤੇ ਮੇਰੀ ਵਾਈਫ ਪਰਮੇਸ਼ਰ ਤੋਂ ਦੂਰ ਭੱਜੇ ਹਾਂ। ਮੇਰੇ ਪਿਓ ਦਾਦੇ, ਮੇਰੇ ਦਾਦੇ ਪੜਦਾਦੇ, ਮੇਰੇ ਪਰਿਵਾਰ ਸਾਡੇ ਸਾਰੇ ਦੂਰ ਦੂਰ ਭੱਜੇ ਪਰਮੇਸ਼ਰ ਤੋਂ। ਉਹ ਆਜ਼ਾਦ ਨਹੀਂ ਸੀਗੇ, ਉਹ ਜਕੜੇ ਹੋਏ ਸੀਗੇ। ਉਹੀ ਚੀਜ਼ਾਂ ਸਾਡੇ 'ਤੇ ਆਈਆਂ। ਮੇਰੇ ਪਿਓ ਦਾਦੇ ਜਿਹੜੇ ਸ਼ਰਾਬ ਪੀਂਦੇ ਸੀਗੇ, ਨਸ਼ਿਆਂ 'ਚ ਸੀਗੇ, ਉਹੀ ਸ਼ਰਾਬ ਦਾ ਆਤਮਾ, ਨਸ਼ੇ ਦਾ ਆਤਮਾ ਪੀੜ੍ਹੀ ਦਰ ਪੀੜ੍ਹੀ ਆਉਂਦਾ ਰਿਹਾ। ਪਰ ਇੱਕ ਦਿਨ ਹੋਇਆ ਕਿ ਪਰਮੇਸ਼ਰ ਨੇ ਉਹ ਦਿਨ ਠਹਿਰਾਇਆ ਸੀ ਜਿਸ ਦਿਨ ਮੈਨੂੰ ਆਜ਼ਾਦ ਕੀਤਾ ਗਿਆ। ਤੇ ਮੈਂ ਆਜ਼ਾਦ ਇਕੱਲਾ ਨਹੀਂ ਹੋਇਆ, ਮੇਰੀਆਂ ਸਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਹੋ ਗਈਆਂ। ਇਕੱਲਾ ਮੈਂ ਨਹੀਂ ਬਚਿਆ, ਮੇਰੇ ਆਉਣ ਵਾਲੇ ਸਾਰੇ ਪੁਸ਼ਤਾਂ ਆਜ਼ਾਦ ਹੋ ਗਈਆਂ। ਪੁਸ਼ਤਾਂ ਪੀੜ੍ਹੀਆਂ ਤੋਂ ਪੀੜ੍ਹੀਆਂ ਤੋਂ ਪੀੜ੍ਹੀਆਂ ਜਿਹੜੇ ਆਉਣ ਵਾਲੇ, ਬਾਈਬਲ ਵਿੱਚ ਲਿਖਿਆ ਤੁਹਾਡੀਆਂ ਹਜ਼ਾਰਾਂ ਤੱਕ, ਜਨਰੇਸ਼ਨ ਤੱਕ ਮੈਂ ਤੈਨੂੰ ਬਲੈਸ ਕਰਕੇ ਰੱਖੂੰਗਾ, ਸੇਵ ਕਰਕੇ ਰੱਖੂੰਗਾ, ਬਚਾ ਕੇ ਰੱਖੂੰਗਾ, ਤੈਨੂੰ ਆਪਦੇ ਖੰਭਾਂ ਦੇ ਹੇਠਾਂ ਰੱਖੂੰਗਾ। ਆਮੇਨ। ਸੋ ਉਸੇ ਤਰ੍ਹਾਂ ਸਾਨੂੰ ਇੱਦਾਂ ਰੱਖਿਆ ਹੋਇਆ। ਸੋ 8 ਸਾਲ ਹੋ ਗਏ, 9 ਸਾਲ ਹੋ ਗਏ, ਅਸੀਂ ਬਿਲਕੁਲ ਵੀ ਮੈਂ ਕਿਸੇ ਨਸ਼ੇ ਨਹੀਂ, ਮੇਰੀ ਵਾਈਫ ਗਵਾਹ ਇੱਥੇ, ਉਹ ਦੱਸ ਸਕਦੀ ਹੈ ਤੁਹਾਨੂੰ ਕਿ ਬਿਲਕੁਲ ਵੀ ਨਹੀਂ ਕੀਤਾ ਇਹੋ ਜਿਹਾ ਕੁਛ। ਬਿਲਕੁਲ ਵੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਦਿਨ ਜਾਂਦਾ ਹੈ ਜਦੋਂ ਅਸੀਂ ਪਹਿਲੀ ਵਾਰ ਚਰਚ ਗਏ ਸੀਗੇ। ਉਸ ਦਿਨ ਆ ਕੇ ਘਰੇ ਮਤਲਬ ਸ਼ਰਾਬ ਪੀਤੀ, ਪਰ ਉਸ ਦਿਨ ਰਾਤ ਨੂੰ ਜਦੋਂ ਪਾਦਰੀ ਨੇ ਫੋਨ 'ਤੇ ਸਾਡੇ ਲਈ ਦੁਆ ਕੀਤੀ, ਉਸ ਦਿਨ ਜਾਂਦਾ ਹੈ। ਅੱਜ ਤੱਕ ਅਸੀਂ ਸ਼ਰਾਬ ਤੱਕ ਦਾ ਨਾਮ ਵੀ ਨਹੀਂ ਘਰੇ ਲੈਂਦੇ, ਪੀਣਾ ਤਾਂ ਬਹੁਤ ਦੂਰ ਦੀ ਗੱਲ ਆ। ਅਤੇ ਉਸ ਤੋਂ ਬਾਅਦ ਸਾਡੀ ਲਾਈਫ, ਸਾਡੀ ਜ਼ਿੰਦਗੀ, ਸਾਡੀ ਮੈਰਿਜ, ਸਾਡੀ ਫਾਈਨੈਂਸਿਸ, ਪਹਿਲਾਂ ਅਸੀਂ ਲੜਦੇ ਝਗੜਦੇ ਸੀ ਜਦੋਂ ਨਵਾਂ ਵਿਆਹ ਹੋਇਆ ਸੀ, ਪਰ ਉਸ ਤੋਂ ਬਾਅਦ ਜਦੋਂ ਤੋਂ ਚਰਚ ਆਏ, ਜਦੋਂ ਤੋਂ ਪਰਮੇਸ਼ਵਰ ਦੀ ਬਾਈਬਲ ਪੜ੍ਹਨ ਲੱਗੇ ਤਾਂ ਗੱਲਾਂ ਸਿੱਖਣ ਲੱਗੇ। ਉਸ ਤੋਂ ਬਾਅਦ ਇੱਕ ਦਿਨ ਵੀ ਸਾਡਾ ਲੜਾਈ ਝਗੜੇ 'ਚ ਨਹੀਂ ਗਿਆ ਅਤੇ ਇੱਕ ਦੂਜੇ ਨਾਲ ਸਾਡੀ ਅੰਡਰਸਟੈਂਡਿੰਗ ਵੱਧ ਗਈ। ਅਤੇ ਹੁਣ ਮੈਂ ਕਹਿ ਸਕਦੀ ਹਾਂ ਕਿ ਸਾਡੀ ਮੈਰਿਜ ਬਹੁਤ ਸਵੀਟ ਹੈ। ਅਤੇ ਉਸੇ ਤਰ੍ਹਾਂ ਹੀ ਸਾਡੇ ਘਰ ਦੇ ਫਾਈਨੈਂਸਿਸ, ਪਹਿਲਾਂ ਜਿੱਦਾਂ ਅਸੀਂ ਸਟੂਡੈਂਟ ਆਏ ਸੀ ਕੈਨੇਡਾ ਦੇ ਵਿੱਚ, ਉਦੋਂ ਸਿਰਫ ਸਾਡਾ ਚਾਹੇ ਖਰਚੇ ਉਨੇ ਕੀ ਸੀਗੇ, ਪਰ ਘਰ ਤੋਂ ਜਿੰਨਾ ਕੁ ਬੰਦਾ ਕਹਿ ਦਿੰਦਾ ਨਾ, ਜਿੰਨੇ ਕੁ ਕਮਾਏ ਉਨੇ ਕੀ ਲੱਗ ਗਏ। ਪਰ ਹੁਣ ਅਸੀਂ ਕਹਿ ਸਕਦੇ ਹਾਂ ਪੂਰੇ ਵਿਸ਼ਵਾਸ ਦੇ ਨਾਲ ਕਿ ਪਰਮੇਸ਼ਵਰ ਸਾਨੂੰ ਬਲੈਸ ਕਰ ਰਿਹਾ, ਪਰਮੇਸ਼ਵਰ ਸਾਨੂੰ ਫਾਈਨੈਂਸ਼ੀਅਲ ਬਰਕਤਾਂ ਵੀ ਦੇ ਰਿਹਾ ਆ, ਤਾਂ ਕਿ ਅਸੀਂ ਸਿਰਫ ਪੇ ਚੈੱਕ ਟੂ ਪੇ ਚੈੱਕ ਹੀ ਨਾ ਰਹੀਏ, ਪਰ ਪਰਮੇਸ਼ਵਰ ਦੇ ਕੰਮਾਂ ਲਈ ਇੰਨਾ ਕੁ ਪੈਸਾ ਹੋਵੇ ਕਿ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਲਾ ਸਕੀਏ। ਜਿਸ ਤਰ੍ਹਾਂ ਅਸੀਂ ਇਹ ਗਵਾਹੀ ਦੇ ਰਹੇ ਹਾਂ, ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਵੀ ਉਹ ਪੈਸਾ ਪਰਮੇਸ਼ਵਰ ਦੇ ਕੰਮਾਂ ਲਈ ਵਰਤਿਆ ਜਾਵੇ ਅਤੇ ਉਹਦਾ ਜਿਹੜਾ ਸ਼ੁਭ ਸਮਾਚਾਰ ਹੈ ਉਹ ਹੋਰ ਲੋਕਾਂ ਤੱਕ ਵੀ ਦੱਸਿਆ ਜਾਵੇ। ਜਿੱਦਾਂ ਸ਼ੁਭ ਸਮਾਚਾਰ ਦੀ ਗੱਲ ਕੀਤੀ ਹੈ, ਆਪਾਂ ਨੂੰ ਸ਼ੁਭ ਸਮਾਚਾਰ ਕਿਹਦੇ ਲਈ ਚੁਣਿਆ ਗਿਆ? ਬਾਈਬਲ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਜਾਣ ਤੋਂ ਪਹਿਲਾਂ ਸਭ ਤੋਂ
ਕੋਈ ਵੀ ਬੰਦਾ ਮਰਨ ਤੋਂ ਪਹਿਲਾਂ ਨੈਚੁਰਲ ਦੇ ਵਿੱਚ ਆਪਦੇ ਪਰਿਵਾਰ ਨੂੰ ਇਕੱਠਾ ਕਰਦਾ, ਉਹਨੇ ਸਭ ਤੋਂ ਜ਼ਰੂਰੀ ਗੱਲ ਕਰਨੀ ਹੁੰਦੀ ਤਾਂ ਇਕੱਠਾ ਕਰਦਾ ਹੁੰਦਾ। ਆਪਾਂ ਸਟੋਰੀਆਂ ਪੜ੍ਹੀਆਂ, ਉਹਨੇ ਵਿਲ ਰੱਖੀ, ਉਹਨੇ ਇਕੱਠਾ ਕੀਤਾ, ਵਿਲ ਪੜ੍ਹੀ। ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਜਾਣ ਤੋਂ ਪਹਿਲਾਂ, ਉਹ ਮਰਿਆ ਨਹੀਂ, ਮਰ ਕੇ ਜ਼ਿੰਦਾ ਹੋ ਚੁੱਕਾ ਪ੍ਰਭੂ ਯਿਸੂ ਮਸੀਹ ਆਪਣਾ, ਸਾਡਾ ਸ਼ੁਭ ਸਮਾਚਾਰ ਹੀ ਹੈ। ਉਹ ਮਰਿਆ, ਜੀਆ ਅਤੇ ਸਦਾ ਜਿਉਂਦਾ, ਸਦਾ ਲਈ ਜਿਉਂਦਾ ਅਤੇ ਆਪਾਂ ਨੂੰ ਲੈਣ ਆਊਗਾ। ਪਰ ਉਹਦਾ ਕੀ ਸੀਗਾ ਕਿ ਪ੍ਰਭੂ ਯਿਸੂ ਮਸੀਹ ਨੇ ਜਾਣ ਤੋਂ ਪਹਿਲਾਂ, ਧਰਤੀ ਛੱਡਣ ਤੋਂ ਪਹਿਲਾਂ, ਤੇ ਉਹ ਜਾਣ ਤੋਂ ਪਹਿਲਾਂ ਉਹ ਇਹੀ ਕਹਿ ਕੇ ਗਿਆ ਸੀ, ਜਾਓ ਮੇਰੇ ਨਾਮ ਦੇ ਵਿੱਚ ਆਹ ਚੀਜ਼ਾਂ ਕਰੋ, ਮੇਰੇ ਨਾਮ ਦੇ ਵਿੱਚ ਆਹ ਚੀਜ਼ਾਂ। ਉਹਨੇ ਕਿਹਾ ਸੀ ਮੇਰੇ ਨਾਮ ਨੂੰ ਪ੍ਰਚਾਰ ਕਰੋ, ਮੇਰੇ ਵਚਨ ਨੂੰ ਪ੍ਰਚਾਰ ਕਰੋ। ਅਤੇ ਉਹਦੇ ਵਚਨ ਦੇ ਨਾਲ ਰਹਿ ਕੇ ਬਾਈਬਲ ਵਿੱਚ ਲਿਖਿਆ, ਜੇ ਤੁਸੀਂ ਮਾਰਕਸ ਦੀ ਇੰਜੀਲ 16:20 ਪੜ੍ਹੋਗੇ, ਉਹਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ। ਉਹ ਜਾ ਕੇ ਗਲੀ ਗਲੀ ਪ੍ਰਚਾਰ ਕਰਨ ਲੱਗੇ ਅਤੇ ਉਹੀ ਪਰਮੇਸ਼ਰ ਉਹਨਾਂ ਦੇ ਨਾਲ ਉਹ ਚਿੰਨ੍ਹਾਂ ਨੂੰ ਕਰਦਾ ਰਿਹਾ ਜਿਹੜੇ ਚਿੰਨ੍ਹਾਂ ਨੂੰ ਉਹਨੇ ਵਾਅਦੇ ਕੀਤੇ ਸੀ। ਉਹੀ ਚਿੰਨ੍ਹ ਸਾਡੇ ਜੀਵਨ 'ਚ ਹੋ ਰਹੇ ਆ। ਬਿਨਾਂ ਚਿੰਨ੍ਹ ਤੋਂ ਤੁਸੀਂ ਕ੍ਰਿਸਚੀਅਨਿਟੀ ਪ੍ਰਚਾਰ ਨਹੀਂ ਕਰ ਸਕਦੇ। ਬਿਨਾਂ ਚਿੰਨ੍ਹ ਤੋਂ ਤੁਸੀਂ ਕ੍ਰਿਸਚੀਅਨਿਟੀ ਨੂੰ ਆਪਦੀ ਗਵਾਹੀ ਵੀ ਨਹੀਂ ਦੇ ਸਕਦੇ। ਇਹ ਗਵਾਹੀ ਕੀ ਹੈ? ਇਹ ਚਿੰਨ੍ਹ ਹੋਇਆ। ਚਿੰਨ੍ਹ ਕੀ ਸੀਗਾ? ਮੈਂ ਨਸ਼ੇ ਦੇ ਸੀਗਾ, ਆਜ਼ਾਦ ਹੋਇਆ। ਚਿੰਨ੍ਹ ਕੀ ਹੈ? ਮਿਰੇਕਲ ਕੀ ਆ? ਇਹ ਕੀ ਆ ਜਿਹੜਾ ਚਮਤਕਾਰ ਕਹਿੰਦੇ ਆ? ਉਹ ਕੀ ਆ? ਪ੍ਰਭੂ ਯਿਸੂ ਮਸੀਹ ਨੇ ਇੱਕ ਦਿਨ ਲਈ ਨਹੀਂ ਆਜ਼ਾਦ ਕੀਤਾ, 2 ਦਿਨਾਂ ਲਈ ਨਹੀਂ ਆਜ਼ਾਦ ਕੀਤਾ, 1-2 ਸਾਲਾਂ ਲਈ ਨਹੀਂ ਆਜ਼ਾਦ ਕੀਤਾ, ਜਿੱਦਾਂ ਰਿਹੈਬ ਸੈਂਟਰ ਕਰਦੇ ਨੇ ਜਾਂ ਜਿੱਦਾਂ ਨਸ਼ਾ ਛਡਾਊ ਕੇਂਦਰ ਛਡਾਉਂਦੇ ਨੇ ਵੀ ਸਾਲ ਲਈ ਛਡਾਤਾ ਤੇ ਉਦੋਂ ਵੀ ਵਰਸ ਹੋ ਗਿਆ। ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਆਜ਼ਾਦ ਕਰੂੰਗਾ ਤੇ ਤੂੰ ਸਦਾ ਲਈ ਆਜ਼ਾਦ ਹੋਏਗਾ। ਔਰ ਬਾਈਬਲ 'ਚ ਲਿਖਿਆ ਤੂੰ ਸੱਚ ਨੂੰ ਜਾਣੇਗਾ ਤੇ ਸੱਚ ਤੈਨੂੰ ਆਜ਼ਾਦ ਕਰੂਗਾ। ਉਹ 'ਚ ਇੱਕ ਵਰਡ ਆ ਟਰੂਲੀ, ਇੰਡੀਡ। ਤੂੰ ਇੰਡੀਡ ਮੀਨਸ ਸਦਾ ਲਈ, ਪੱਕਾ, ਪਰਮਨੈਂਟ ਆਜ਼ਾਦ ਹੋ ਜਾਏਗਾ। ਆਮੀਨ, ਆਮੀਨ। ਸੋ ਅਸੀਂ ਸਾਰੇ, ਸਾਡੀ ਗਵਾਹੀ ਇਹ ਆ। ਅੱਜ ਸਾਡਾ ਚਰਚ ਆ, ਪਰਮੇਸ਼ਰ ਨੇ ਸਾਨੂੰ ਪ੍ਰੋਮਿਸ ਆਫ ਲਾਈਫ ਸਾਊਥ ਏਸ਼ੀਅਨ ਚਰਚ ਦਿੱਤਾ ਟੋਰਾਂਟੋ ਦੇ ਵਿੱਚ, ਮਿਸਿਸਾਗਾ ਦੇ ਵਿੱਚ। ਅਸੀਂ ਕਲੀਸਿਆ ਨੂੰ ਚਲਾ ਰਹੇ ਹਾਂ। ਸ਼ੁਰੂ ਕੀਤਾ ਸਟਾਰਟਿੰਗ ਈਅਰਸ ਨੇ। ਸਟਾਰਟਿੰਗ ਈਅਰ ਜਿੱਦਾਂ ਕਹਿੰਦੇ ਹੁੰਦੇ ਨੇ, ਵਾਹੁਣ ਦੇ ਸਾਲ ਹੁੰਦੇ ਆ। ਸਟਾਰਟਿੰਗ ਈਅਰ ਜਦੋਂ ਤੁਸੀਂ ਜ਼ਮੀਨ ਲੈ ਕੇ ਵਾਹੁੰਦੇ ਹੋ, ਸਾਨੂੰ ਜ਼ਮੀਨ ਦੇਤੀ ਪਰਮੇਸ਼ਰ ਨੇ। ਨੈਚੁਰਲ ਦੇ ਵਿੱਚ ਨਹੀਂ ਦਿੱਤੀ ਜ਼ਮੀਨ, ਰੂਹ ਦੇ ਵਿੱਚ ਜ਼ਮੀਨ ਦੇਤੀ। ਮੈਨੂੰ ਜ਼ਮੀਨ ਦੇਤੀ। ਉਹ ਕਹਿੰਦਾ ਹੁਣ ਤੂੰ ਵਾਹ ਇਹਨੂੰ ਪਹਿਲਾਂ ਕਈ ਸਾਲ, ਜਦੋਂ ਤੂੰ ਵਾਹੇਂਗਾ ਤੇ ਬੀਜ ਬੋਏਂਗਾ, ਦੇਖੀ ਫਸਲ ਕਿੰਨੀ ਹੁੰਦੀ। ਉਹ ਅਸੀਂ ਚੀਜ਼ਾਂ ਕਰ ਰਹੇ ਹਾਂ। ਅਸੀਂ ਨੈਚੁਰਲ ਵਿੱਚ ਸਟਾਰਟ ਕਰ ਲਿਆ ਹੋਇਆ। ਅਸੀਂ ਕਲੀਸਿਆ ਦੇ ਵਿੱਚ ਮਿਲਦੇ ਹਾਂ ਇੱਥੇ, ਅਸੀਂ ਉਹੀ ਚੀਜ਼ਾਂ ਪ੍ਰਚਾਰ ਕਰਦੇ ਹਾਂ, ਉਵੇਂ ਪਰਮੇਸ਼ਰ ਦਾ ਵਚਨ ਪ੍ਰਚਾਰ ਕਰਦੇ ਹਾਂ ਜਿੱਦਾਂ ਹੋਣਾ ਚਾਹੀਦਾ। ਸੋ ਪਰਮੇਸ਼ਰ ਨੇ ਸਾਨੂੰ ਹੋਰ ਵਧਾਇਆ, ਹੋਰ ਇਨਕਰੀਜ਼ ਕੀਤਾ, ਹੋਰ ਸਾਨੂੰ ਬਲੈਸ ਕੀਤਾ ਅਤੇ ਸਾਨੂੰ ਹੋਰ ਯੂਜ਼ ਕਰ ਰਿਹਾ। ਸੋ ਉਸੇ ਤਰ੍ਹਾਂ ਪਰਮੇਸ਼ਰ ਦੀ ਮਰਜ਼ੀ ਹਰ ਇੱਕ ਦੇ ਲਈ ਆ, ਹਰ ਇੱਕ ਬੰਦੇ ਦੇ ਲਈ ਆ। ਸਾਨੂੰ ਪਤਾ ਵੀ ਨਹੀਂ ਸੀ ਸਾਡੀ ਪਰਮੇਸ਼ਰ ਦੀ। ਅਸੀਂ ਸ਼ਾਇਦ ਹੁੰਦਾ ਕਿ ਅਸੀਂ ਜਿਉਂਦੇ ਜਾ ਕੇ ਧਰਤੀ 'ਤੇ ਆ ਕੇ ਉਸੇ ਧਰਮ 'ਚ ਪੈਦਾ ਹੋ ਕੇ, ਉਸੇ ਧਰਮ 'ਚ ਜਿਉਂ ਕੇ, ਉਸੇ ਧਰਮ ਨੂੰ ਮੰਨ ਕੇ, ਉਸੇ ਧਰਮ 'ਚ ਮਰ ਕੇ ਤੇ ਚਲੇ ਜਾਂਦੇ। ਅਤੇ ਕੀ ਹੋਣਾ ਸੀਗਾ? ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਜਾ ਕੇ ਕਹਿਣਾ ਸੀਗਾ ਮੈਂ ਤਾਂ ਧਰਮ ਦਾ ਬੜਾ ਰਖਵਾਲਾ ਸੀਗਾ ਭਾਈ, ਮੈਂ ਤਾਂ ਆਹ ਕੁਛ ਕੀਤਾ, ਪਰ ਅਸੀਂ ਕੁਛ ਕਰ ਨਹੀਂ ਪਾਉਣਾ ਸੀਗਾ। ਪ੍ਰਭੂ ਯਿਸੂ ਮਸੀਹ ਨੂੰ ਖੁਸ਼ ਨਹੀਂ ਕਰ ਪਾਉਣਾ ਸੀਗਾ। ਪਰ ਹੁਣ ਸਾਨੂੰ ਪੂਰਾ ਭਰੋਸਾ ਕਿ ਅਸੀਂ ਜਦੋਂ ਸਵਰਗ 'ਚ ਜਾਵਾਂਗੇ, ਜਿਹੜਾ ਕਿ ਅਸਲੀ ਹੈ, ਨਰਕ ਤੇ ਸਵਰਗ ਅਸਲੀ ਹੈ, ਕੋਈ ਬਣਾਈ ਹੋਈ ਖੇਡ ਨਹੀਂ ਗੀ, ਫੇਰੀ ਟੇਲ ਨਹੀਂ ਗੀ ਵੀ ਅੱਛਾ ਕਹਾਣੀਆਂ ਬਣਾਈਆਂ ਜਾਂ ਮਸੀਹ ਡਰਾ ਕੇ ਆਪਦੇ ਵਿੱਚ ਲਈ ਆਉਂਦੇ। ਨਹੀਂ, ਇਹ ਅਸਲ 'ਚ ਆ। ਪ੍ਰਭੂ ਯਿਸੂ ਮਸੀਹ ਨਰਕ 'ਚ ਗਿਆ ਸੀਗਾ, ਫਿਰ ਉੱਥੋਂ ਜਿੰਦਾ ਹੋ ਕੇ ਸਵਰਗ 'ਚ ਆ ਗਿਆ। ਉਹ ਸਵਰਗ 'ਚ ਆ, ਉਹ ਸਾਡੀ ਖਾਤਰ ਨਰਕ 'ਚ ਗਿਆ ਸੀ ਤਾਂ ਕਿ ਅਸੀਂ ਨਰਕ 'ਚ ਨਾ ਜਾਈਏ। ਉਹ ਸਾਡੀ ਖਾਤਰ ਗੁਨਾਹ ਬਣਿਆ ਸੀ ਤਾਂ ਕਿ ਅਸੀਂ ਗੁਨਾਹ ਤੋਂ ਆਜ਼ਾਦ ਹੋਈਏ। ਉਹ ਸਾਡੀ ਖਾਤਰ ਧਰਮ ਦੇ ਪ੍ਰਚਾਰਕਾਂ ਦੇ ਹੱਥੀਂ ਜੜਿਆ ਸੀ ਤਾਂ ਕਿ ਅਸੀਂ ਉਹਨਾਂ ਤੋਂ ਆਜ਼ਾਦ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਸ਼ੁਭ ਸਮਾਚਾਰ, ਜੋ ਕਿ ਆਜ਼ਾਦੀ ਦਾ ਸਮਾਚਾਰ ਆ, ਉਸ 'ਚ ਆ ਸੀਗੇ। ਇਹ ਗੁੱਡ ਗੋਸਪਲ ਹੀ ਤਾਂ ਕਹਿੰਦੇ, ਇਹਨੂੰ ਗੁੱਡ ਨਿਊਜ਼ ਹੀ ਤਾਂ ਕਹਿੰਦੇ ਆ। ਇਹ ਕਿ ਸਾਡੇ ਗੁੱਡਨੈਸ ਦੇ ਲਈ ਆ, ਸਾਡੀ ਚੰਗਿਆਈ ਦੇ ਲਈ ਆ। ਆਮੀਨ। ਸੋ ਆਪਾਂ ਹੁਣ ਅਸੀਂ ਜਦੋਂ ਪਰਮੇਸ਼ਰ ਕੋਲ ਸਵਰਗ ਜਾਵਾਂਗੇ, ਪਰਮੇਸ਼ਰ ਕਹੂਗਾ ਕਿ ਇਹ ਮੇਰੇ ਵਫਾਦਾਰ ਸਰਵੈਂਟ, ਇਹ ਮੇਰੇ ਵਫਾਦਾਰ ਪਿਆਰੇ ਲੋਕੋ, ਤੁਸੀਂ ਮੇਰੇ ਕੋਲ ਆਓ। ਆਮੀਨ। ਸੋ ਅਸੀਂ ਤਾਂ ਕਹਿ ਰਹੇ ਹਾਂ, ਤਾਂ ਕਰਦੇ ਹਾਂ ਕਿਉਂਕਿ ਸਾਨੂੰ ਹੁਣ ਪਰਮੇਸ਼ਰ ਦੀ ਮਰਜ਼ੀ ਦਾ ਪਤਾ ਲੱਗ ਗਿਆ। ਕਿਉਂਕਿ ਪਹਿਲਾਂ ਤਾਂ ਪਰਮੇਸ਼ਰ ਦਾ ਪਤਾ ਹੀ ਨਹੀਂ ਸੀ। ਜਦੋਂ ਪਰਮੇਸ਼ਰ ਚਾਹੇਗਾ, ਪਰਮੇਸ਼ਰ ਦੀ ਮਰਜ਼ੀ ਜਾਣੀ। ਹੁਣ ਪਰਮੇਸ਼ਰ ਦੀ ਮਰਜ਼ੀ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਵੀ ਪਰਮੇਸ਼ਰ ਦੀ ਗ੍ਰੇਸ ਅਤੇ ਪਰਮੇਸ਼ਰ ਦੇ ਅਭਿਸ਼ੇਕ ਦੇ ਨਾਲ। ਉਸ ਤੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ। ਸੋ ਸਾਡੀ ਇਹੀ ਟੈਸਟਮਨੀ ਆ, ਸਾਡੀ ਇਹੀ ਗਵਾਹੀ ਆ ਕਿ ਪਰਮੇਸ਼ਰ ਨੇ ਕਿਸ ਤਰ੍ਹਾਂ ਸਾਨੂੰ ਇੱਕ ਕੀਤਾ, ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚੋਂ ਗਲਤ ਸੰਗਤਾਂ ਨੂੰ ਕੱਢਿਆ, ਸਾਨੂੰ ਉੱਥੋਂ ਕੱਢ ਕੇ ਸਾਨੂੰ ਆਪਦੇ ਵਿੱਚ ਸਿਕਿਉਰ ਕੀਤਾ, ਆਪਦੇ ਵਿੱਚ ਲੈ ਕੇ ਆਂਦਾ। ਸਾਨੂੰ ਇੱਕ ਨਵੀਂ, ਦੇਖੋ ਮੈਂ ਤੁਹਾਨੂੰ ਦੱਸਦਾ, ਕਈ ਲੋਕ ਸੋਚਦੇ ਆ ਕਿ ਅਸੀਂ ਇਹ ਸੰਗਤ ਛੱਡਦੀ ਤਾਂ ਕਿੱਥੇ ਜਾਵਾਂਗੇ। ਯਾਦ ਰੱਖਿਓ, ਪਰਮੇਸ਼ਰ ਨੇ ਤੁਹਾਡੇ ਲਈ ਨਵੀਂ ਰੱਖੀ ਹੁੰਦੀ ਹੈ। ਜੇ ਤੁਸੀਂ ਛੱਡੋਗੇ ਨਹੀਂ ਤਾਂ ਨਵੀਂ ਮਿਲਣੀ ਨਹੀਂ ਗੀ। ਜੇ ਤੁਸੀਂ ਪੁਰਾਣੀ ਸੰਗਤ ਛੱਡੋਗੇ ਨਵੀਂ ਮਿਲਣੀ ਨਹੀਂ ਗੀ। ਸਾਨੂੰ ਛੱਡਣੀ ਮੈਨੂੰ ਪਈ ਸੀਗੀ, ਪਰਮੇਸ਼ਰ ਨੇ ਨਹੀਂ ਛੱਡਿਆ, ਛੱਡਣੀ ਮੈਨੂੰ ਪਈ ਸੀ। ਉਹਨੇ ਮੈਨੂੰ ਅਫਸਰ ਦਿੱਤਾ ਸੀ ਕਿਉਂਕਿ ਨਵੀਂ ਮੇਰੇ ਸਾਹਮਣੇ ਪਈ ਸੀ। ਫਿਰ ਮੈਂ ਜਦੋਂ ਨਵੀਂ 'ਚ ਆਇਆ, ਪਰਮੇਸ਼ਰ ਕਹਿੰਦਾ, ਮੈਂ ਕਿਹਾ ਹਾਂ ਪਰਮੇਸ਼ਰ ਆਹ ਬਿਹਤਰ ਆ ਉਹਦੇ ਨਾਲੋਂ। ਉਵੇਂ ਹੀ ਪਰਮੇਸ਼ਰ ਨੇ ਤੁਹਾਡੇ ਲਈ ਨਵੀਂ ਜ਼ਿੰਦਗੀ ਰੱਖੀ ਹੋਈ ਆ। ਜੇ ਤੁਸੀਂ ਪੁਰਾਣੀ ਛੱਡੋਗੇ ਨਹੀਂ, ਨਵੀਂ 'ਚ ਨਹੀਂ ਆਓਗੇ। ਤਾਂ ਹੀ ਪ੍ਰਭੂ ਯਿਸੂ ਨੂੰ ਜਦੋਂ ਤੁਸੀਂ ਕਬੂਲ ਕਰਦੇ ਹੋ, ਮੈਂ ਪੁਰਾਣਾ ਜੀਵਨ ਪਿੱਛੇ ਛੱਡ ਕੇ ਨਵੇਂ 'ਚ ਆ ਗਿਆ, ਤਾਂ ਨਵਾਂ ਜੀਵਨ ਮੈਂ ਤੁਹਾਨੂੰ ਦੱਸਣ ਲੱਗਾ ਬੈਸਟ ਜੀਵਨ ਆ। ਇਦੋਂ ਵਧੀਆ ਜੀਵਨ ਮੈਨੂੰ ਕਦੇ ਨਹੀਂ। ਅੱਜ ਮੈਨੂੰ ਕੋਈ ਕਵੇ ਮੈਂ ਤੈਨੂੰ ਕਰੋੜਾਂ ਰੁਪਈਆ ਦੇ ਦੇਣਾ ਤੇ ਪੁਰਾਣੇ ਜੀਵਨ 'ਚ ਚਲਾ ਜਾ, ਮੈਂ ਕਹੂੰਗਾ ਮੈਨੂੰ ਕਰੋੜ ਰੁਪਈਆ ਨਹੀਂ ਚਾਹੀਦਾ, ਕਰੋੜਾਂ ਰੁਪਏ ਵੀ ਨਹੀਂ ਚਾਹੀਦੇ, ਮੈਨੂੰ ਆਹ ਜੀਵਨ ਚਾਹੀਦਾ। ਤੇ ਆਹ ਜੀਵਨ ਮੈਨੂੰ ਇੱਥੇ ਮਿਲਿਆ, ਇਹ ਜੀਵਨ 'ਚ ਮੈਨੂੰ ਪਰਮੇਸ਼ਰ ਕਰੋੜਾਂ ਰੁਪਏ ਦੇ ਦੂਗਾ, ਪਰ ਮੈਨੂੰ ਉੱਥੇ ਜਾ ਕੇ ਮੈਨੂੰ ਪਰਮੇਸ਼ਰ ਨਹੀਂ ਮਿਲਣਾ। ਇਸ ਕਰਕੇ ਮੈਂ ਕਦੇ ਵੀ ਇੱਛਾ ਨਹੀਂ ਰੱਖੀ ਕਿ ਉਹ ਦਿਨ ਕਿੱਡੇ ਵਧੀਆ ਸੀਗੇ। ਉਹ ਪਿੱਛੇ ਬਾਈਬਲ ਵਿੱਚ ਲਿਖਿਆ ਪੁਰਾਣੀਆਂ ਚੀਜ਼ਾਂ ਬੀਤ ਗਈਆਂ, ਨਵਾਂ ਆ ਗਿਆ। ਕਿਉਂਕਿ ਅਸੀਂ ਨਵੀਂ ਸ੍ਰਿਸ਼ਟੀ, ਨਵੇਂ ਲੋਕ ਬਣ ਗਏ। ਉਹ ਲੋਕ ਜਿਹੜੇ ਧਰਤੀ 'ਤੇ ਪਹਿਲਾਂ ਨਹੀਂ ਚੱਲੇ ਸੀ, ਉਹ ਲੋਕ ਜਿਹੜੇ ਧਰਤੀ 'ਤੇ ਪਹਿਲਾਂ ਪੈਦਾ ਹੀ ਨਹੀਂ ਹੋਏ ਸੀ, ਉਹ ਲੋਕ ਬਣਾਏ ਆ ਮਸੀਹ ਦੇ ਲਹੂ ਦੇ ਨਾਲ ਧੋ ਕੇ। ਆਮੀਨ। ਸੋ ਅਸੀਂ ਅਗੇਨ ਤੁਹਾਡਾ ਥੈਂਕ ਯੂ ਕਰਦੇ ਹਾਂ।
ਬ੍ਰਦਰ ਨਿਕਸਨ ਦਾ ਤੇ ਉਹਨਾਂ ਦੀ ਵਾਈਫ ਜੋਏ ਦਾ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇਸ Yes. ਚੈਨਲ ਦਾ, ਜਿੱਥੇ ਅਸੀਂ ਸ਼ੇਅਰ ਕਰ ਸਕਦੇ ਆਪਣਾ ਪਰਸਨਲ ਐਕਸਪੀਰੀਅੰਸ, ਪਰਸਨਲ ਲਾਈਫ ਹੈ। ਅਸੀਂ ਕੋਈ ਐਕਟਰਸ ਨਹੀਂ ਹੈ, ਕੋਈ ਬੈਠੇ ਨਹੀਂ ਹੈ ਵੀ ਉੱਦਾਂ ਹੀ ਪਾ ਕੇ ਬੈਠੇ ਆ ਦੱਸਣ ਲੱਗੇ। ਅਸੀਂ ਸਾਡੀ ਪਰਸਨਲ ਲਾਈਫ ਹੱਡ ਬੀਤੀ ਹੈ। Yes. ਜਦੋਂ ਕਿਸੇ ਦੇ ਹੱਡ ਬੀਤੀ ਹੁੰਦੀ ਆ ਉਹ ਪੈਸ਼ਨੇਟ ਹੋ ਕੇ ਦੱਸਦਾ। ਜਦੋਂ ਕਿਸੇ ਨਾਲ ਹੱਡ ਬੀਤੀ ਹੋਈ ਹੁੰਦੀ ਆ, ਆਪਦੀ ਲਾਈਫ 'ਚ ਕੁਛ ਹੋਇਆ ਹੁੰਦਾ, ਉਹ ਤੁਹਾਨੂੰ ਐਕਸਪੀਰੀਅੰਸ ਦੇ ਸਕਦਾ ਉੱਥੋਂ। ਸਾਡਾ ਐਕਸਪੀਰੀਅੰਸ ਇਹੀ ਆ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਧਰਮ ਨਹੀਂ ਗਾ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕੋਈ ਆਮ ਜੀ ਚੀਜ਼ ਨਹੀਂ ਗੀ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਇੱਕ ਪੁੱਤਰ ਆ, ਉਹੀ ਰਾਹ ਸੱਚ ਤੇ ਜ਼ਿੰਦਗੀ ਆ, ਉਹੀ ਸਵਰਗ ਦਾ ਦਰਵਾਜ਼ਾ, ਉਹੀ ਸਭ ਕੁਝ ਆ ਜਿਹੜਾ ਸਾਨੂੰ ਦਿੰਦਾ। ਸੋ ਅਸੀਂ ਤੁਹਾਨੂੰ ਕਹਿੰਦੇ ਹਾਂ, ਜੇ ਕਿਸੇ ਨੇ ਮਸੀਹ ਨੂੰ ਨਹੀਂ ਕਬੂਲ ਕੀਤਾ ਤਾਂ ਸਾਡੇ ਨਾਲ ਪ੍ਰਾਰਥਨਾ ਕਰੋ। ਐਂਡ ਦੇ ਵਿੱਚ ਮੈਂ ਪ੍ਰਾਰਥਨਾ ਕਰਦਾ ਕਿ ਤਾਂ ਕਿ ਤੁਸੀਂ ਪਰਮੇਸ਼ਰ ਦੇ ਵਿੱਚ ਆ ਸਕੋ। ਪਰਮੇਸ਼ਰ ਦੇ ਵਿੱਚ ਆਉਣਾ ਕੋਈ ਔਖਾ ਨਹੀਂ ਗਾ, ਪਰਮੇਸ਼ਰ ਦੇ ਵਿੱਚ ਆਉਣਾ ਬੜਾ ਸੌਖਾ। ਪਰਮੇਸ਼ਰ ਦੇ ਵਿੱਚ ਆਉਣਾ ਕੋਈ ਔਖਾ ਨਹੀਂ ਗਾ। ਪਰਮੇਸ਼ਰ ਦੇ ਵਿੱਚ ਆ ਕੇ ਕੋਈ ਇਹ ਨਹੀਂ ਤੁਸੀਂ ਕਹਿਣਾ ਵੀ ਕੱਪੜੇ ਬਦਲਣੇ ਆ ਅਸੀਂ, ਜਾਂ ਤੁਸੀਂ ਆਪਦੇ ਨਾਮ ਬਦਲਣੇ ਆ, ਜਾਂ ਤੁਸੀਂ ਆਪਦੇ ਪਹਿਰਾਵੇ ਬਦਲਣੇ ਆ, ਜਾਂ ਕੁਛ ਇਹੋ ਜਿਹਾ ਚੀਜ਼ ਬਦਲਣੀ ਆ। ਤੁਸੀਂ ਕੁਛ ਨਹੀਂ ਬਦਲਣਾ, ਤੁਸੀਂ ਆਪਦਾ ਦਿਲ ਬਦਲਣਾ। ਬਾਈਬਲ ਵਿੱਚ ਲਿਖਿਆ ਕਿ ਜੇ ਕੋਈ ਬੰਦਾ ਮਨ ਦੇ ਵਿੱਚ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦਾ ਤੇ ਮੂੰਹ ਤੋਂ ਕਬੂਲ ਕਰਦਾ ਕਿ ਪ੍ਰਭੂ ਯਿਸੂ ਮਸੀਹ ਜਿਹਨੇ ਕਦੇ ਕੋਈ ਗੁਨਾਹ ਨਹੀਂ ਸੀ ਕੀਤਾ, ਤੁਹਾਡੀ ਖਾਤਰ, ਤੁਹਾਡੇ ਗੁਨਾਹਾਂ ਦੀ ਖਾਤਰ ਪਰਮੇਸ਼ਰ ਸੂਲੀ ਤੇ ਚੜਿਆ, ਗੁਨਾਹ ਬਣਿਆ, ਤਾਂ ਤੁਸੀਂ ਆਪਦੇ ਜੇ ਦਿਲ 'ਤੇ ਵਿਸ਼ਵਾਸ ਕਰੋਗੇ ਇਸ ਚੀਜ਼ ਦੇ ਉੱਤੇ ਕਿ ਉਹ ਮਰ ਕੇ ਜ਼ਿੰਦਾ ਹੋ ਗਿਆ, ਤਾਂ ਤੁਸੀਂ ਬਚਾਏ ਜਾਓਗੇ। ਕਿਉਂਕਿ ਬਾਈਬਲ ਵਿੱਚ ਲਿਖਿਆ ਤੁਸੀਂ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਨਾਲ ਉਚਿਤ ਸੰਬੰਧ ਠਹਿਰਾ ਬਣਦਾ ਤੁਹਾਡਾ, ਤੁਸੀਂ ਵਿਸ਼ਵਾਸ ਨਾਲ ਬਚਾਏ ਜਾਂਦੇ ਹੋ। ਸੋ ਜੇ ਕੋਈ ਪ੍ਰਾਰਥਨਾ ਕਰਨਾ ਚਾਹੁੰਦਾ ਤਾਂ ਮੈਂ ਲੀਡ ਕਰ ਸਕਦਾ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸ਼ੁਕਰ ਕਰਦੇ ਮੇਰੇ ਪਰਮੇਸ਼ਰ, ਕਿ ਮੇਰੇ ਪਰਮੇਸ਼ਰ ਜੋ ਵੀ ਇਹ ਚੀਜ਼ ਨੂੰ ਸੁਣ ਰਿਹਾ, ਜੋ ਵੀ ਸਾਡੀ ਗਵਾਹੀ ਨੂੰ ਸੁਣ ਰਿਹਾ, ਜੋ ਵੀ ਇਸ TV ਚੈਨਲ ਉੱਤੇ ਅੱਜ ਬੈਠਾ ਮੇਰੇ ਪਰਮੇਸ਼ਰ, ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪਰਮੇਸ਼ਰ, ਮੈਂ ਤੇ ਮੇਰੀ ਵਾਈਫ, ਹਸਬੈਂਡ ਵਾਈਫ ਹੋਣ ਦੇ ਨਾਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਤੇਰੇ ਧੀ ਤੇ ਪੁੱਤਰ ਹੋਣ ਦੇ ਨਾਤੇ ਮੇਰੇ ਪਰਮੇਸ਼ਰ, ਕਿ ਉਹਨਾਂ ਦੇ ਜੀਵਨਾਂ ਨੂੰ ਬਦਲੋ, ਉਹਨਾਂ ਦੇ ਜੀਵਨਾਂ ਨੂੰ ਬਦਲੋ ਮੇਰੇ ਪਰਮੇਸ਼ਰ, ਉਹਨਾਂ ਦੀ ਲਾਈਫ ਨੂੰ ਟੱਚ ਕਰੋ ਤੇ ਉਹਨਾਂ ਦੀ ਮੇਰੇ ਪਰਮੇਸ਼ਰ ਪਰਿਵਾਰਾਂ ਨੂੰ ਟੱਚ ਕਰੋ। ਐ ਮੇਰੇ ਪਰਮੇਸ਼ਰ, ਜੇ ਕਿਸ ਨੇ ਨਹੀਂ ਵੀ ਕਬੂਲ ਕੀਤਾ ਅੱਜ ਤੱਕ ਮੇਰੇ ਪਰਮੇਸ਼ਰ, ਲਾਈਫ ਬਾਈਬਲ ਵਿੱਚ ਲਿਖਿਆ ਪਤਾ ਨਹੀਂ ਕਿਸ ਤਰ੍ਹਾਂ, ਜਿਸ ਤਰ੍ਹਾਂ ਸੁਬਹ ਪੈਂਦੀ ਤਰੇਲ ਆ ਘਾਹ ਦੇ ਉੱਤੇ ਉਸ ਤਰ੍ਹਾਂ ਦੀ ਆ, ਜਾਂ ਫੁੱਲਾਂ ਦਾ ਜੀਵਨ ਆ ਮੇਰੇ ਪਰਮੇਸ਼ਰ, ਉਹ ਅੱਜ ਹੈਗੇ ਆ, ਕੱਲ੍ਹ ਹੈ ਨਹੀਂ, ਤਰੇਲ ਹੈਗੀ ਆ, ਧੁੱਪ ਹੋਈ ਚਲੀ ਗਈ, ਉਸੇ ਤਰ੍ਹਾਂ ਜੀਵਨ ਆ ਮਨੁੱਖਾਂ ਦਾ ਮੇਰੇ ਪਰਮੇਸ਼ਰ, ਅੱਜ ਹੈਗਾ ਕੱਲ੍ਹ ਹੈ ਨਹੀਂ। ਪਰ ਮੇਰੇ ਪਰਮੇਸ਼ਰ ਮੈਂ ਨਹੀਂ ਚਾਹੁੰਦਾ ਕੋਈ ਵੀ ਬੰਦਾ ਲੇਟ ਹੋਵੇ, ਕੋਈ ਵੀ ਬੰਦਾ ਲੇਟ ਕਰੇ ਇਸ ਡਿਸੀਜਨ ਨੂੰ ਬਣਾਉਣ ਲੱਗਾ, ਕਿਉਂਕਿ ਬਾਈਬਲ ਵਿੱਚ ਹਰ ਇੱਕ ਗੋਡਾ ਝੁਕੂਗਾ, ਹਰ ਇੱਕ ਜ਼ੁਬਾਨ ਪੁਕਾਰੂਗੀ ਕਿ ਪ੍ਰਭੂ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਆ। ਪਰ ਉਹ ਗੋਡਾ ਜੇ ਧਰਤੀ ਤੇ ਝੁਕੇ ਉਹ ਬਿਹਤਰ ਆ, ਉਹ ਜ਼ੁਬਾਨ ਜੇ ਧਰਤੀ ਤੋਂ ਪੁਕਾਰੇ ਉਹ ਬਿਹਤਰ ਆ, ਕਿਉਂਕਿ ਸਵਰਗ ਦੇ ਵਿੱਚ ਜਾ ਕੇ ਜੇ ਕੋਈ ਕਹੂਗਾ ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਅਸੀਂ ਮੇਰੇ ਪਰਮੇਸ਼ਰ, ਜੇ ਕੋਈ ਵੇਖ ਰਿਹਾ ਤਾਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਮੇਰੇ ਪਰਮੇਸ਼ਰ ਕਹਿਣ, ਮੈਂ ਪਾਪੀ ਹਾਂ ਮੇਰੇ ਪਰਮੇਸ਼ਰ, ਮੈਂ ਪਾਪੀ ਹਾਂ, ਮੈਂ ਗੁਨਾਹ ਦੇ ਵਿੱਚ ਹਾਂ, ਮੈਂ ਧਰਮ ਦੇ ਵਿੱਚ ਹਾਂ, ਮੇਰੇ ਪਰਮੇਸ਼ਰ ਉਹ ਚੀਜ਼ਾਂ ਦੇ ਵਿੱਚ ਜੋ ਤੂੰ ਨਹੀਂ ਪਸੰਦ ਕਰਦਾ। ਐ ਮੇਰੇ ਪਰਮੇਸ਼ਰ ਮੈਨੂੰ ਮਾਫ ਕਰ, ਐ ਮੇਰੇ ਪਰਮੇਸ਼ਰ ਮੈਨੂੰ ਮਾਫ ਕਰ, ਪ੍ਰਭੂ ਯਿਸੂ ਮਸੀਹ ਮੈਨੂੰ ਮਾਫ ਕਰ। ਮੈਂ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਪ੍ਰਭੂ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਆ। ਮੈਂ ਵਿਸ਼ਵਾਸ ਕਰਦੀ ਹਾਂ, ਮੈਂ ਵਿਸ਼ਵਾਸ ਕਰਦਾ ਕਿ ਉਹ ਮੇਰੀ ਖਾਤਰ ਮਰਿਆ, ਉਹ ਮੇਰੀ ਖਾਤਰ ਸਲੀਬ ਤੇ ਚੜਿਆ, ਉਹਨੇ ਮੇਰੀ ਖਾਤਰ ਦੁੱਖ ਸਹੇ, ਉਹਨੇ ਮੇਰੀ ਖਾਤਰ, ਉਹਨੇ ਕੋਈ ਨਵਾਂ ਧਰਮ ਸਥਾਪਿਤ ਕਰਨ ਦੇ ਲਈ ਨਹੀਂ, ਉਹਨੇ ਮੇਰੀ ਖਾਤਰ, ਹਰ ਇੱਕ ਇਨਸਾਨ ਦੀ ਖਾਤਰ ਦੁੱਖ ਸਹੇ, ਹਰ ਇੱਕ ਇਨਸਾਨ ਦੀ ਖਾਤਰ ਗੁਨਾਹ ਬਣਿਆ, ਤਾਂ ਕਿ ਮੇਰੇ ਪਰਮੇਸ਼ਰ ਗੁਨਾਹ ਦੀ ਤਾਕਤ, ਸ਼ੈਤਾਨ ਦੀ ਤਾਕਤ, ਉਹ ਧਰਮ ਦੀ ਤਾਕਤ ਮੇਰੇ ਤੋਂ ਟੁੱਟ ਜਾਵੇ। ਮੇਰੇ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ, ਮੈਂ ਵਿਸ਼ਵਾਸ ਕਰਦੀ ਹਾਂ ਉਹ ਮੇਰੀ ਖਾਤਰ ਮਰਿਆ, ਉਹਨੂੰ ਪਰਮੇਸ਼ਰ ਨੇ ਜ਼ਿੰਦਾ ਕਰ ਦਿੱਤਾ, ਉਹ ਅੱਜ ਵੀ ਜਿਉਂਦਾ, ਉਹ ਅੱਜ ਵੀ ਜਿਉਂਦਾ। ਤੇ ਮੇਰੇ ਪਰਮੇਸ਼ਰ ਮੇਰੇ ਮਨ ਦੇ ਅੰਦਰ ਆਓ, ਆਪਦੇ ਆਤਮਾ ਨਾਲ, ਮੇਰੀ ਆਤਮਾ ਨਾਲ ਮਿਲਾ ਕੇ ਮੇਰੇ ਅੰਦਰ ਸਾਖੀ ਦਿਓ ਕਿ ਮੈਂ ਪਰਮੇਸ਼ਰ ਦੀ ਔਲਾਦ ਹਾਂ, ਕਿਉਂਕਿ ਬਾਈਬਲ ਵਿੱਚ ਲਿਖਿਆ ਕਿ ਮੇਰੇ ਕੋਲ ਅਵਸਰ, ਮੇਰੇ ਕੋਲ ਮੌਕਾ, ਮੈਂ ਪਰਮੇਸ਼ਰ ਨੂੰ ਕਬੂਲ ਕਰ ਸਕਦਾ। ਸੋ ਮੇਰੇ ਪਰਮੇਸ਼ਰ ਮੇਰੇ ਅੰਦਰ ਆਓ, ਮੈਨੂੰ ਬਦਲੋ, ਮੇਰੇ ਅੰਦਰੋਂ ਜੀਵਨ ਨੂੰ ਬਦਲੋ ਤੇ ਮੇਰਾ ਬਾਹਰਲਾ ਜੀਵਨ ਆਪੇ ਬਦਲ ਜਾਣਾ। ਸੋ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਕਿ ਜੋ ਵੀ ਸੁਣਨ ਵਾਲੇ ਨੇ, ਭਲਾ ਇੱਕ ਹੋਵੇ ਭਲਾ ਹਜ਼ਾਰਾਂ ਹੋਣ, ਉਹ ਸੁਣਨ ਤੇ ਮੇਰੇ ਪਰਮੇਸ਼ਰ ਆਦਿ ਮੇਰੇ ਪਰਮੇਸ਼ਰ ਗ੍ਰਹਿਣ ਕਰਨ ਪ੍ਰਭੂ ਯਿਸੂ ਮਸੀਹ ਨੂੰ। ਕਿਉਂਕਿ ਮੇਰੇ ਪਰਮੇਸ਼ਰ, ਕਈ ਲੋਕ ਚੰਗਿਆਈ ਪਾਲਦੇ ਆ ਪਰ ਉਹਨਾਂ ਨੂੰ ਪਰਮੇਸ਼ਰ ਚਾਹੀਦਾ, ਕਈ ਲੋਕ ਆਜ਼ਾਦੀ ਪਾਲਦੇ ਪਰ ਉਹਨੂੰ ਪਰਮੇਸ਼ਰ ਚਾਹੀਦਾ, ਕਿਉਂਕਿ ਉਹੀ ਪਰਮੇਸ਼ਰ ਚੰਗਿਆਈ ਤੇ ਆਜ਼ਾਦੀ ਦਾ ਸੋਮਾ, ਉਸੇ ਚੋਂ ਸਭ ਚੀਜ਼ ਨਿਕਲਦੀ ਆ। ਸੋ ਮੇਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਕਹਿੰਦੇ ਹਾਂ ਮੇਰੇ ਪਰਮੇਸ਼ਰ ਕਿ ਇਹਨਾਂ ਦਾ TV ਚੈਨਲ ਮੇਰੇ ਪਰਮੇਸ਼ਰ ਬਲੈਸ ਹੋਵੇ, ਇਹਨਾਂ ਦਾ TV ਚੈਨਲ ਮੇਰੇ ਪਰਮੇਸ਼ਰ ਦੀ ਵਿਊਅਰਸ਼ਿਪ ਵਧੇ, ਤਾਂ ਕਿ ਮੇਰੇ ਪਰਮੇਸ਼ਰ ਕੋਈ ਅਸੀਂ ਕੰਪੀਟੀਸ਼ਨ 'ਚ ਨਹੀਂ ਗਏ ਮੇਰੇ ਪ੍ਰਭੂ ਕਿ ਅਸੀਂ ਵਿਊਅਰਸ਼ਿਪ ਲੈਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਨਾਲ ਦੇ ਚੈਨਲ ਜਾਂ ਨਾਲ ਦੇ ਸਾਡਾ ਕਿਸੇ ਨਾਲ ਕੰਪੀਟੀਸ਼ਨ ਨਹੀਂ, ਅਸੀਂ ਪ੍ਰਭੂ ਦਾ ਕੰਮ ਕਰ ਰਹੇ ਹਾਂ, ਸਾਡਾ ਕੰਮ ਵਧਣਾ ਹੀ ਵਧਣਾ, ਅਸੀਂ ਪ੍ਰਭੂ ਦੇ ਲੋਕਾਂ ਲਈ ਬੋਲ ਰਹੇ ਹਾਂ, ਅਸੀਂ ਵੱਡਾਂਗੇ ਮੇਰੇ ਪਰਮੇਸ਼ਰ। ਉਸੇ ਤਰ੍ਹਾਂ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਰ ਬ੍ਰਦਰ ਨਿਕਸਨ ਤੇ ਉਹਨਾਂ ਦੀ ਵਾਈਫ ਲਈ, ਮੈਂ ਕਹਿੰਦਾ ਮੇਰੇ ਪਰਮੇਸ਼ਰ ਉਹਨਾਂ ਦਾ ਬਿਜ਼ਨਸ ਵਧੇ, ਉਹਨਾਂ ਦਾ ਫਾਈਨੈਂਸ ਵਧੇ, ਉਹਨਾਂ ਦਾ ਵਿਊਅਰਸ਼ਿਪ ਵਧੇ, ਉਹਨਾਂ ਦੀ ਮੇਰੇ ਪਰਮੇਸ਼ਰ ਉਹ ਬੂਮ ਰੈਕਡ ਹੋਵੇ ਮੇਰੇ ਪਰਮੇਸ਼ਰ, ਨਾ ਕਿ ਮੇਰੇ ਪਰਮੇਸ਼ਰ ਇਸ ਸੀਜ਼ਨਾਂ ਦੇ ਵਿੱਚ ਵੇਖੀਏ ਕਿ ਦੁਨੀਆ 'ਚ ਕੀ ਚੱਲ ਰਿਹਾ, ਪਰ ਮੇਰੇ ਪਰਮੇਸ਼ਰ ਤੇਰੇ ਵਚਨ ਦੇ ਆਧਾਰ ਤੇ, ਤੇਰੇ ਆਤਮਾ ਦੇ ਆਧਾਰ ਤੇ ਇਹ ਸਾਡਾ ਬੈਸਟ ਈਅਰ ਹੋਵੇ, ਇਹ ਇਨਕਰੀਜ਼ ਸਾਡੀ ਹੋਵੇ, ਇਹ ਵਿਊਅਰਸ਼ਿਪ ਸਾਡਾ ਵਧੇ ਤੇ ਇਹ ਮੇਰੇ ਪਰਮੇਸ਼ਰ ਜੋ ਸਾਡੇ ਲਈ ਰੱਖਿਆ ਉਹ ਉਹਨਾਂ ਨੂੰ ਮਿਲੇ। ਸ਼ੈਤਾਨ ਜਿੱਤੇ ਨਾ ਮੇਰੇ ਪਰਮੇਸ਼ਰ, ਕਿਉਂਕਿ ਉਹ ਹਾਰਿਆ ਹੈ, ਪਰ ਪ੍ਰਭੂ ਦੇ ਲੋਕ ਹਰ ਇੱਕ ਹਿੱਸੇ 'ਚ ਜਿੱਤਣ ਮੇਰੇ ਪਰਮੇਸ਼ਰ ਪ੍ਰਭੂ ਯਿਸੂ ਦੇ ਨਾਮ ਦੇ। ਗੋਡ ਬਲੈਸ ਯੂ। ਪਰਮੇਸ਼ਰ ਤੁਹਾਡੇ ਨਾਲ ਆ, ਪਰਮੇਸ਼ਰ ਤੁਹਾਨੂੰ ਪਿਆਰ ਕਰਦਾ, ਪ੍ਰਭੂ ਯਿਸੂ ਮਸੀਹ ਤੁਹਾਡੇ ਨਾਲ ਆ। ਆਮੀਨ। ਆਮੀਨ।
मेरा ईमान है कि इस टेस्टमनी से ना सिर्फ आपको बरकत मिली होगी, बल्कि इससे आपकी ईमान की मजबूती भी हुई होगी। इस तरह की मज़ीद टेस्टमनीज़ को देखने के लिए जॉय स्टार टेलीविज़न नेटवर्क के YouTube चैनल को सब्सक्राइब करना ना भूलें। थैंक्स फॉर वॉचिंग। Until next time, God bless you all.